ਹਜ਼ਾਰਾਂ ਲੱਖਾਂ ਮੁਸਲਮਾਨਾਂ ਨੂੰ ਮਾਰ ਕੇ ਦੁਬਾਰਾ ਭਾਰਤ ਦੇ ਵਿੱਚ ਆਪਣਾ ਰਾਜ ਜਿਹੜਾ ਆ ਉਹ ਹੋਰ ਅੱਗੇ ਵਧਾਉਣਾ ਚਾਹੁੰਦੇ ਨੇ। ਇਹ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਆ ਦੇਸ਼ ਦੇ ਵਿੱਚ, ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਨੂੰ ਕਿੱਧਰ ਨੂੰ ਲੈ ਕੇ ਜਾਊਗੀ? ਮੋਦੀ ਸਰਕਾਰ ਦਾ ਰਾਜ ਸੱਚ RSS ਦਾ ਰਾਜ ਹੈ। ਸਾਮਰਾਜ ਭਾਵੇਂ ਦੇਸ਼ ਵਿੱਚ ਰਵੇ, ਲੇਕਿਨ ਇੱਥੇ ਗੈਰ ਹਿੰਦੂ ਵਸੂਲ ਨਹੀਂ ਰਹਿਣ ਦੇਣਾ। ਸਰਮਾਏਦਾਰੀ ਜਿਹੜੇ ਪ੍ਰਬੰਧ ਰਾਜ ਚਲਾ ਰਹੇ ਆ ਉਹ ਬੜੇ ਖੁਸ਼ ਹੋਣਗੇ ਕਿ ਤੁਸੀਂ ਆਪਣੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਦੇ ਰਹੋ, ਪਰ ਸੱਤਾ ਦੀ ਲੜਾਈ ਨਾ ਲੜਿਓ। ਸਾਨੂੰ ਕੋਈ ਤੁਹਾਡਾ ਨੁਕਸਾਨ ਨਹੀਂ ਹੈ। ਇੱਕ ਸਾਲ 'ਚ ਜਿਹੜਾ ਅਸੀਂ ਕਮਾਇਆ, ਜੇ ਮੁੜ ਕੇ ਫਿਰ ਸੱਤਾ ਤੇ ਇਹੀ ਕਾਂਗਰਸ ਪਾਰਟੀ, ਇਹੀ ਅਕਾਲੀ ਪਾਰਟੀ, ਇਹੀ ਭਾਰਤੀ ਜਨਤਾ ਪਾਰਟੀ ਜਾਂ ਹੁਣ ਨਵੀਂ ਪਾਰਟੀ ਆ ਗਈ ਭਾਰਤੀ ਜਨਤਾ ਪਾਰਟੀ ਦੀ B ਟੀਮ ਆਪ, ਜੇ ਉਹ ਸੱਤਾ ਤੇ ਆ ਜਾਣ ਤੇ ਸਾਡੀ ਸਾਲ ਦੀ ਕਮਾਈ ਕਿੱਥੇ ਗਈ? ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਨਾਮਵਰ ਅਕਾਲੀ ਦਲ 'ਚ, ਕਾਂਗਰਸ, ਝਾੜੂ 'ਚ ਜਾਂ ਹੋਰ ਕਿਸੇ ਪਾਰਟੀਆਂ 'ਚ ਬੈਠੇ ਸੀਗੇ, ਉਹਨਾਂ ਨੇ ਜਾ ਕੇ ਭਾਜਪਾ ਨੂੰ ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੂੰ ਭੁੱਲ ਗਿਆ ਵੀ ਇੱਕ 1.5 ਸਾਲ 26 ਜਨਵਰੀ ਦੀ ਘਟਨਾ, ਲਖੀਮਪੁਰ ਖੀਰੀ ਦੀ ਘਟਨਾ, ਕਰਨਾਲ ਦੀ ਘਟਨਾ। ਜਿਹੜਾ ਕੱਲ ਮੋਦੀ ਨੂੰ ਇਹ ਕਹਿੰਦੇ ਸੀ ਵੀ ਇਹ ਤਾਂ ਜੀ RSS ਦੀ ਵਿਚਾਰਧਾਰਾ ਆ, ਦੇਸ਼ ਲੁੱਟ ਕੇ ਖਾ ਗਿਆ, ਉਹਨਾਂ ਨੂੰ ਸ਼ਰਮ ਮਹਿਸੂਸ ਵੀ ਨਹੀਂ ਹੋ ਰਹੀ ਕਿ ਉਸੇ ਮੋਦੀ ਦੇ ਜਾ ਕੇ ਪੈਰੀ ਪੈਣਾ ਤੇ ਉਹ ਤੋਂ ਹਾਰ ਪਾਉਣੀ ਆ। ਸਵਾਗਤ ਪੰਜਾਬੀ ਨੈਸ਼ਨਲ TV ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ ਤੇ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਆ। ਸਾਰੇ ਪੰਜਾਬੀ ਨੈਸ਼ਨਲ TV ਦੇਖਦੇ ਦਰਸ਼ਕਾਂ ਨੂੰ ਅੱਜ ਦੇ ਨਵੇਂ ਸਾਲ ਦੀ ਲੱਖ ਲੱਖ ਮੁਬਾਰਕ। ਆਉਣ ਵਾਲਾ ਨਵਾਂ ਸਾਲ ਜਿਹੜਾ ਆ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ। ਭਾਰਤ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ, ਭਾਰਤ ਦੀ ਸਿਆਸਤ ਇਸ ਵੇਲੇ ਪੂਰੀ ਗਰਮਾਹਟ ਵਿੱਚ ਆ, ਕਿਉਂਕਿ 5 ਰਾਜਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਭਾਵੇਂ ਕਿ ਉੱਤਰਾਖੰਡ ਤੇ UP ਦੀ ਇਲੈਕਸ਼ਨ ਨੂੰ ਲੈ ਕੇ ਰਾਜ ਕਰਦੀ ਪਾਰਟੀ ਭਾਜਪਾ ਇਸ ਵੱਲ ਪੱਬਾਂ ਭਾਰ ਹੋਈ ਪਈ ਕਿ ਅਸੀਂ ਦੁਬਾਰਾ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਨੂੰ ਜਿੱਤ ਕੇ 2024 ਦਾ ਰਾਹ ਪੱਧਰਾ ਕਰਨਾ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਵਾਕਿਆ ਹੀ 7 ਸਾਲ ਦੇ ਸ਼ਾਸਨ ਤੋਂ ਬਾਅਦ, ਜਿਹਦੇ ਵਿੱਚ ਕਰੋਨਾ ਦਾ ਬਹੁਤ ਵੱਡਾ ਇੱਕ ਅਸਰ ਰਿਹਾ ਆ ਪਿਛਲੇ 2-2.5 ਸਾਲ ਵਿੱਚ, ਤੇ ਕਿਸਾਨੀ ਅੰਦੋਲਨ ਨੇ 1.5 ਸਾਲ ਦੇ ਵਿੱਚ ਭਾਜਪਾ ਦੀ ਛਵੀ ਦੇ ਉੱਤੇ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਖੜਾ ਕੀਤਾ। ਇਹ ਸਾਰੀਆਂ ਗੱਲਾਂ ਅੱਜ ਬਾਤ ਕਰਾਂਗੇ। ਸਾਡੇ ਨਾਲ ਮੰਗਤ ਰਾਮ ਜੀ ਪਾਸਲਾ, ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਦੇ ਮੁਖੀ ਮੌਜੂਦ ਹੈ। ਉਹਨਾਂ ਨਾਲ ਕਰਦੇ ਆ ਗੱਲਬਾਤ ਕਿ ਅੱਜ ਦੀ ਸਥਿਤੀ ਨੂੰ ਦੇਖ ਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਰਾਜਨੀਤੀ ਕਿੱਦਾਂ ਦੇਖਦੇ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਦਾਂ ਦੇਖਦੇ ਆ, 2022 ਦੀ ਇਲੈਕਸ਼ਨ ਨੂੰ ਕਿੱਦਾਂ ਦੇਖਦੇ ਆ। ਪਾਸਲਾ ਜੀ, ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ। ਤੁਹਾਡਾ ਧੰਨਵਾਦ ਜੀ। ਮੈਂ ਪੰਜਾਬੀ ਨੈਸ਼ਨਲ TV ਨੂੰ, ਦਰਸ਼ਕਾਂ ਨੂੰ ਔਰ ਪ੍ਰਬੰਧਕਾਂ ਨੂੰ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ। ਪਾਸਲਾ ਜੀ, ਕਿਸਾਨੀ ਅੰਦੋਲਨ ਤੋਂ ਆਪਾਂ ਗੱਲ ਕਰਦੇ ਹਾਂ ਵੀ 2020 ਦੇ ਅੰਤ ਵਿੱਚ ਕਿਸਾਨੀ ਅੰਦੋਲਨ ਦੀਆਂ ਪੈੜਾਂ ਜਿਹੜੀਆਂ ਉਹ ਦਿੱਲੀ ਦੇ ਦਰਵਾਜ਼ਿਆਂ ਨੂੰ ਤੁਰਦੀਆਂ, ਤੇ 2021 ਦੇ ਵਿੱਚ ਉਤਰਾਓ ਚੜਾਓ ਸਾਰਾ ਕੁਝ ਤੱਤਾ ਠੰਡਾ ਦੇਖਦੇ ਹੋਏ ਅਖੀਰ ਕਿਸਾਨ ਜਿਹੜੀ ਆਪਣੀ ਮੰਗ ਨੂੰ ਲੈ ਕੇ ਜਿਹੜੇ ਸਾਲ ਭਰ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਹੱਡ ਗੋਡੇ ਰਗੜਾਏ, ਉਹਨਾਂ ਨੂੰ 19 ਨਵੰਬਰ 2021 ਨੂੰ ਇੱਕ ਖਬਰ ਮਿਲਦੀ ਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਮੈਂ ਕਾਨੂੰਨ ਵਾਪਸ ਲੈ ਰਿਹਾ ਤੇ ਅਸੀਂ ਆਪਣੀ ਗਲਤੀ ਮੰਨਦੇ ਹਾਂ। ਜਿੱਤ ਪ੍ਰਾਪਤ ਕਰਕੇ ਕਿਸਾਨ ਆਪਣੇ ਘਰਾਂ ਨੂੰ ਆ ਚੁੱਕੇ ਨੇ। ਤੁਸੀਂ ਕੀ ਦੇਖਦੇ ਹੋ ਕਿ 1.5 ਸਾਲ ਦੀ ਜੱਦੋ-ਜਹਿਦ ਜਿਹੜੀ ਸਰਕਾਰ ਦੀ ਅੱਖ ਪਾ ਕੇ ਪੰਜਾਬੀ ਖਿੱਤੇ ਨੇ ਦੇਖੀ ਆ, ਤੇ ਨਾਲ ਸਾਰੇ ਭਾਰਤ ਦਾ ਕਿਸਾਨ ਵਰਗ ਜੁੜਿਆ, ਮਜ਼ਦੂਰ ਵਰਗ ਜੁੜਿਆ, ਵਪਾਰੀ ਵਰਗ ਜੁੜਿਆ, ਇਸ ਕਿਸਾਨੀ ਅੰਦੋਲਨ ਨੂੰ ਜੇ ਥੋੜ੍ਹੇ ਸ਼ਬਦਾਂ ਦੇ ਵਿੱਚ ਤੋਲ ਮੋਲ ਕੇ ਦੇਖਣਾ ਹੋਵੇ ਤਾਂ ਤੁਹਾਡੀ ਨਿਗਾਹ ਤੋਂ ਕਿੱਦਾਂ ਦੇਖਿਆ ਜਾ ਸਕਦਾ? ਮੈਂ ਸਮਝਦਾ ਕਿ ਇੱਕ ਸਦੀ ਦਾ ਸਭ ਤੋਂ ਮਹਾਨ ਅੰਦੋਲਨ ਹੋ ਨਿਬੜਿਆ ਇਹ ਕਿਸਾਨੀ ਅੰਦੋਲਨ ਜੀ। ਸ਼ੁਰੂ ਪੰਜਾਬ ਤੋਂ ਹੋਇਆ, ਲੇਕਿਨ ਇਸ ਅੰਦੋਲਨ ਨੇ ਸਾਰੇ ਦੇਸ਼ ਨੂੰ ਆਪਣੀ ਜਕੜ 'ਚ ਲਿਆ, ਪ੍ਰਭਾਵ ਥੱਲੇ ਲਿਆਂਦਾ ਜੀ, ਔਰ ਇਹਦੇ ਦੁਨੀਆ ਭਰ ਦੇ ਦੇਸ਼ਾਂ ਵਿੱਚ ਵੀ ਇਹਦੇ ਪ੍ਰਭਾਵ ਪਏ ਆ ਜੀ। ਇਹ ਅੰਦੋਲਨ ਖੇਤੀਬਾੜੀ ਨਾਲ ਸੰਬੰਧਿਤ 3 ਕਾਲੇ ਕਾਨੂੰਨਾਂ ਦੇ ਖਿਲਾਫ, ਜਿਹੜਾ ਚੋਰੀ ਇੱਕ ਗੈਰ ਸੰਵਿਧਾਨਕ ਢੰਗ ਨਾਲ ਮੋਦੀ ਨੇ ਪਾਸ ਕੀਤੇ ਸਨ ਜੀ, ਉਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਇਹ ਮੋਰਚਾ ਵਿੱਢਿਆ ਗਿਆ ਜੀ। ਇਹਦੇ ਨਾਲ ਘੱਟੋ ਘੱਟ ਕੀਮਤਾਂ ਜਿਹੜੀਆਂ ਸਾਡੀਆਂ ਫਸਲਾਂ ਦੀਆਂ, ਉਹ ਮੁੱਦਾ ਵੀ ਨਾਲ ਜੁੜ ਗਿਆ, ਤੇ ਬਿਜਲੀ ਦਾ ਇੱਕ ਮੁੱਦਾ ਵੀ ਨਾਲ ਜੁੜ ਗਿਆ। ਇਹ ਮੁੱਦੇ ਲੈ ਕੇ ਅੰਦੋਲਨ ਸ਼ੁਰੂ ਹੋਇਆ, ਔਰ ਇਸ ਅੰਦੋਲਨ ਨੇ ਹਰਿਆਣਾ, ਪੱਛਮੀ UP ਸਾਰੇ ਦੇਸ਼ਾਂ ਦੇ ਅਸਰ ਪਾਇਆ ਜੀ। ਇਸ ਅੰਦੋਲਨ ਦੀ ਮਹਾਨਤਾ ਸਭ ਤੋਂ ਵੱਡੀ ਇਹ ਆ ਕਿ ਇਸ ਅੰਦੋਲਨ ਨੇ ਇਕੱਲੇ ਕਾਲੇ ਕਾਨੂੰਨ ਵਾਪਸ ਨਹੀਂ ਕਰਾਏ ਜੀ, ਇਹਨੇ ਮੋਦੀ ਸਰਕਾਰ ਦਾ ਏਜੰਡਾ ਤਬਦੀਲ ਕਰ ਦਿੱਤਾ ਜੀ। ਮੋਦੀ ਜਿਹੜਾ ਇੱਕ ਧਾਰਮਿਕ ਫਿਰਕਾ ਪ੍ਰਸਤੀ ਦਾ ਏਜੰਡਾ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਸੀ, ਉਸ ਏਜੰਡੇ ਨੂੰ ਪਾਸੇ ਕਰ ਗਿਆ। ਸਾਰੇ ਧਰਮਾਂ ਤੇ ਜ਼ਾਤੀਆਂ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਅੰਦੋਲਨ ਕੀਤਾ ਜੀ। ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਬੜਾ ਕੁਝ ਕਿਹਾ ਗਿਆ। ਕਦੀ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਕਦੀ ਕਮਿਊਨਿਸਟਾਂ ਦਾ ਅੰਦੋਲਨ ਹੈ, ਕਦੀ ਮਾਓਵਾਦੀਆਂ ਦਾ ਅੰਦੋਲਨ ਹੈ ਜੀ। ਲੇਕਿਨ ਇਸ ਅੰਦੋਲਨ ਨੇ ਕਿਹਾ ਨਹੀਂ, ਇਹ ਕਿਸਾਨਾਂ ਤੇ ਮਿਹਨਤਕਸ਼ ਲੋਕਾਂ ਦਾ ਅੰਦੋਲਨ ਹੈ ਜੀ। ਔਰ ਇਹ ਜਿੰਨੀ ਅੰਦੋਲਨ ਨੂੰ ਹਮਾਇਤ ਮਿਲੀ ਆ ਜੀ,
ਸਾਰੀਆਂ ਪਾਰਟੀਆਂ ਦੇ ਲੋਕਾਂ ਵੱਲੋਂ, ਸਾਰੇ ਧਰਮਾਂ ਦੇ ਲੋਕਾਂ ਵੱਲੋਂ ਗੈਰ ਰਾਜਸੀ ਪੱਖ ਤੋਂ ਹੁੰਦਾ ਹੋਇਆ ਵੀ ਇਸ ਅੰਦੋਲਨ ਨੇ ਰਾਜਸੀ ਲੋਕਾਂ ਨੂੰ ਆਪਣੇ ਘੇਰੇ 'ਚ ਲਿਆਂਦਾ। ਇਸ ਵਾਸਤੇ ਮੈਂ ਸਮਝਦਾ ਕਿ ਇਸ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਇਹ ਆ ਵੀ ਇਸ ਅੰਦੋਲਨ ਨੇ ਇੱਕ ਨਵੀਂ ਕਿਸਮ ਦੀ ਜਿਹੜੀ ਚੇਤਨਾ ਆ ਉਹ ਲੋਕਾਂ 'ਚ ਭਰੀ ਆ ਔਰ ਇਸ ਅੰਦੋਲਨ ਨੇ ਜਿੱਤ ਹਾਸਲ ਕੀਤੀ ਆ। ਔਰ ਜਿਹੜੀ ਇੰਨੀ 60 ਤੋਂ 70 ਦੇ ਕਿਸਾਨ ਸ਼ਹੀਦ ਹੋਏ ਚ ਔਰ ਬਹੁਤ ਸਾਰੇ ਲੋਕਾਂ ਨੇ ਦੁੱਖ ਸਹੇ ਆ। ਇਹ ਸਾਰੇ ਦੁੱਖਾਂ ਤੇ ਦਰਦਾਂ ਦੇ ਸਿੱਟੇ ਵਜੋਂ ਇਹ ਅੰਦੋਲਨ ਜਿੱਤਿਆ ਗਿਆ ਔਰ ਇਸ ਅੰਦੋਲਨ ਦਾ ਬਹੁਤ ਲੰਮਾ ਸਮਾਂ ਪੰਜਾਬ ਤੇ ਦੇਸ਼ ਦੀ ਰਾਜਨੀਤੀ ਤੇ ਰਹੇਗਾ। ਮਤਲਬ ਕਹਿਣ ਦੇ ਵੀ ਚਾਚਾ ਅਜੀਤ ਸਿੰਘ ਦਾ ਅੰਦੋਲਨ ਜਿਹੜਾ ਸੀਗਾ ਉਹ ਯਾਦ ਕੀਤਾ ਜਾਂਦਾ ਸੀਗਾ ਵੀ ਉਸ ਵੇਲੇ ਮੌਕੇ ਦੀ ਅੰਗਰੇਜ਼ ਸਰਕਾਰ ਦੇ ਖਿਲਾਫ ਲੜਿਆ ਗਿਆ ਸੀ, ਉਹ ਇਤਿਹਾਸ ਬਣ ਗਿਆ। ਤੁਸੀਂ ਮੰਨਦੇ ਆ ਕਿ ਇਹ ਅੰਦੋਲਨ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕਿਤਾਬਾਂ ਦੇ ਵਿੱਚ ਇਤਿਹਾਸ ਬਣ ਕੇ ਆਪਣੀ ਨਿਵੇਕਲੀ ਛਾਪ ਛੱਡੇਗਾ? ਅੰਦੋਲਨ ਜਿਹੜੇ ਹੁੰਦੇ ਨਾ ਇਸ ਤਰ੍ਹਾਂ ਇੱਕ ਮਹਿਲ ਦੀਆਂ ਇੱਟਾਂ ਵਾਂਗ ਰਿਹਾ, ਇੱਕ ਅੰਦੋਲਨ ਇੱਕ ਇੱਟ ਰਚ ਕੇ ਜਾਂਦਾ ਤੇ ਦੂਜਾ ਨਵੀਂ ਇੱਟ ਰੱਖਦਾ ਆ। ਮੈਂ ਸਮਝਦਾ ਕਿ ਇਹ ਅੰਦੋਲਨ ਇੱਕ ਨਿਵੇਕਲੀ ਕਿਸਮ ਦਾ ਆ। ਇਹਦਾ ਇਤਿਹਾਸ ਇੱਕ ਯੂਨੀਵਰਸਿਟੀ ਵਾਂਗਰ ਸਾਰੇ ਸੰਸਾਰ ਦੇ ਲੋਕਾਂ ਸਾਹਮਣੇ ਆਇਆ। ਇਸ ਅੰਦੋਲਨ ਦੇ ਉੱਤੋਂ ਬਹੁਤ ਸਾਰੀਆਂ ਨਵੀਆਂ ਲਿਖਤਾਂ ਸਾਹਮਣੇ ਆਉਣਗੀਆਂ, ਬਹੁਤ ਨਵੇਂ ਸਾਰੇ ਤਜਰਬੇ ਸਾਹਮਣੇ ਆਏ ਆ। ਮੈਂ ਸਮਝਦਾ ਕਿ ਸ਼ਾਇਦ ਕਿਸਾਨੀ ਦਾ ਦੁਨੀਆ ਦੇ ਵੱਡੇ ਅੰਦੋਲਨਾਂ ਵਿੱਚੋਂ ਆ। ਇਹਦਾ ਅਸਰ ਦੁਨੀਆ ਦੇ ਉੱਤੇ ਲਗਾਤਾਰ ਰਹੇਗਾ ਵੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਕਿਵੇਂ ਲੜੀਦਾ ਆ ਔਰ ਕਿੱਦਾਂ ਵੱਖ-ਵੱਖ ਲੋਕਾਂ ਨੂੰ ਇਕੱਠਿਆਂ ਕਰਕੇ, ਵੱਖ-ਵੱਖ ਜ਼ਾਤੀਆਂ, ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਕਰਕੇ ਇੱਕ ਫਾਸ਼ੀ ਕਿਸਮ ਦੀ ਸਰਕਾਰ ਨੂੰ ਇਸ ਗੱਲ ਮੰਨਣ ਤੇ ਮਜਬੂਰ ਕਰ ਦੇਣਾ ਆ ਕਿ ਉਹ ਆਪਣੇ ਕੀਤੇ ਨੂੰ ਵਾਪਸ ਲਵੇ, ਕਾਲੇ ਕਾਨੂੰਨ ਵਾਪਸ ਲਵੇ। ਮੈਂ ਸਮਝਦਾ ਕਿ ਇਦਾਂ ਦੇ ਅੰਦੋਲਨ ਇਤਿਹਾਸ ਵਿੱਚ ਬਹੁਤ ਥੋੜੇ ਲੜੇ ਗਏ ਆ। ਜੀ ਪਾਸਲਾ ਜੀ, ਆਪਾਂ ਭਾਰਤ ਦਾ ਇਤਿਹਾਸ ਦੇਖ ਲਈਏ ਤਾਂ ਚਾਹੇ ਲੋਕਤੰਤਰ ਰਾਹੀਂ ਇਸ ਵੇਲੇ ਭਾਰਤ ਦਾ ਨਿਜ਼ਾਮ ਚੱਲਦਾ ਆ, ਪਰ ਸੱਤਾ ਤੇ ਕਾਬਜ ਹੋਣ ਲਈ ਪਾਰਟੀਆਂ ਹਰ ਤਰ੍ਹਾਂ ਦੇ ਹਥਕੰਡੇ ਵਰਤਦੀਆਂ ਨੇ। ਜਿਹੜੀ ਮੌਜੂਦਾ ਸਰਕਾਰ 7 ਸਾਲ ਤੋਂ ਚੱਲ ਰਹੀ ਆ, ਇਸ ਸਰਕਾਰ ਦੇ ਦੌਰਾਨ ਧਾਰਮਿਕ ਤੌਰ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਇੱਕ ਬੁੱਧੀਜੀਵੀ ਤੌਰ ਤੇ ਲੋਕਾਂ ਨੂੰ ਅੱਗੇ ਵਧਣ ਦੀ ਬਜਾਏ ਧਾਰਮਿਕ ਤੌਰ ਤੇ ਉਹਨਾਂ ਨੂੰ ਇੱਕ ਥਾਂ ਸਟਕ ਕਰ ਦਿੱਤਾ ਗਿਆ। ਲੋਕਾਂ ਨੂੰ ਇੱਕ ਥਾਂ ਨਫ਼ਰਤ ਪੈਦਾ ਇਦਾਂ ਦੀ ਕਰ ਦਿੱਤੀ ਗਈ ਬਈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਧਰਮ ਦੇ ਰਾਸਤੇ ਰਾਜਨੀਤੀ ਵਿੱਚ ਜਾਣਾ ਚਾਹੋ ਤੇ ਇਹ ਰਾਸਤਾ ਉਹਨਾਂ ਨੇ ਮੰਨ ਲਿਆ ਕਿ ਸਾਨੂੰ ਸੌਖਾ ਲੱਗਦਾ। ਨਫ਼ਰਤ ਫੈਲਾ ਕੇ ਦੇਸ਼ ਦੇ ਵਿੱਚ ਜਦੋਂ ਇੱਕ ਵਰਗ ਨੂੰ ਟਾਰਗੇਟ ਕੀਤਾ ਜਾਂਦਾ ਤੇ ਦੂਜੇ ਵਰਗ ਨੂੰ ਜਿਹੜਾ ਆ ਉਹ ਇਕੱਠਾ ਕੀਤਾ ਜਾਂਦਾ ਹੈ, ਉਹਦੇ ਰਾਹੀਂ ਫਿਰ ਸੱਤਾ ਪ੍ਰਾਪਤ ਕੀਤੀ ਜਾਂਦੀ ਹੈ। ਤੁਸੀਂ ਕੀ ਦੇਖਦੇ ਆ ਵੀ ਜਿਵੇਂ ਹਰਿਦੁਆਰ ਦੇ ਵਿੱਚ ਜਾਂ ਵੱਖ-ਵੱਖ ਦੇਸ਼ ਦੇ ਖਿੱਤਿਆਂ ਦੇ ਵਿੱਚ ਇਸ ਵੇਲੇ ਕੁਝ ਜੋਗੀਆਂ ਵੱਲੋਂ, ਮਹੰਤਾਂ ਵੱਲੋਂ ਜਾਂ ਸੰਤਾਂ ਵੱਲੋਂ ਜਿਨ੍ਹਾਂ ਨੂੰ ਇਹ ਮੰਨਦੇ ਨੇ, ਉਹ ਲੋਕ ਇਸ ਵੇਲੇ ਵੀ ਖਾਸ ਕਰਕੇ ਹਜ਼ਾਰਾਂ ਲੱਖਾਂ ਮੁਸਲਿਮ ਨੂੰ ਮਾਰ ਕੇ ਦੁਬਾਰਾ ਭਾਰਤ ਦੇ ਵਿੱਚ ਆਪਣਾ ਰਾਜ ਜਿਹੜਾ ਆ ਉਹ ਹੋਰ ਅੱਗੇ ਵਧਾਉਣਾ ਚਾਹੁੰਦੇ ਨੇ। ਇਹ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਆ ਦੇਸ਼ ਦੇ ਵਿੱਚ, ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਨੂੰ ਕਿੱਧਰ ਨੂੰ ਲੈ ਕੇ ਜਾਊਗੀ? ਅੱਜ ਦੇ ਵਰਤਾਰੇ ਨੂੰ ਸਮਝਣ ਲਈ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਮੋਦੀ ਸਰਕਾਰ ਕਿਹੜੀ ਵਿਚਾਰਧਾਰਾ ਨਾਲ ਕੰਮ ਕਰ ਰਹੀ ਹੈ। ਜੀ, ਮੋਦੀ ਸਰਕਾਰ ਦਾ ਰਾਜ ਅਸਲ 'ਚ ਆਰਐਸਐਸ ਦਾ ਰਾਜ ਹੈ। ਮੋਦੀ ਨੇ ਆਰਐਸਐਸ ਦੀ ਵਿਚਾਰਧਾਰਾ ਨੂੰ ਅਪਣਾਇਆ ਜੀ ਔਰ ਆਰਐਸਐਸ ਦੀ ਵਿਚਾਰਧਾਰਾ ਜਦੋਂ 1925 ਵਿੱਚ ਜੀ ਹਿੰਦੂ ਮਹਾਸਭਾ ਬਣੀ, ਉਸ ਤੋਂ ਬਾਅਦ ਆਰਐਸਐਸ ਬਣੀ, ਉਸ ਵਿਚਾਰਧਾਰਾ ਦੀ ਬੁਨਿਆਦ ਇਹ ਆ ਕਿ ਸਾਮਰਾਜ ਭਾਵੇਂ ਦੇਸ਼ ਵਿੱਚ ਰਵੇ ਲੇਕਿਨ ਇੱਥੇ ਗੈਰ ਹਿੰਦੂ ਵਸਲ ਨਹੀਂ ਰਹਿਣ ਦੇਣਾ। ਅਸੀਂ ਇਸ ਦੇਸ਼ ਨੂੰ ਇੱਕ ਧਰਮ ਆਧਾਰਿਤ ਦੇਸ਼ ਬਣਾਉਣਾ, ਉੱਦਾਂ ਦਾ ਧਰਮ ਆਧਾਰਿਤ ਦੇਸ਼ ਜਿੱਥੇ ਜਾਤ ਪਾਤੀ ਵਿਵਸਥਾ ਹੋਵੇ, ਮਨੋਵਾਦੀ ਵਿਵਸਥਾ ਲਾਗੂ ਹੋਵੇ ਔਰ ਜਿਹੜੀ ਅਮੀਰ ਗਰੀਬ ਦੇ ਪਾੜੇ ਨੂੰ ਕੁਦਰਤੀ ਦੇਣ ਸਮਝੇ। ਇਹ ਉੱਦਾਂ ਦਾ ਢਾਂਚੇ ਦੀ ਵਿਚਾਰਧਾਰਾ ਨਾਲ ਇਹ ਰਾਜ ਕਰ ਰਿਹਾ ਮੋਦੀ। ਇਸ ਲਈ ਜੋ ਅੱਜ ਵਾਪਰ ਰਿਹਾ ਮੈਂ ਸਮਝਦਾ ਉਹ ਕੋਈ ਓਪਰਾ ਨਹੀਂ ਹੈ। ਉਹਨਾਂ ਦੇ ਵਿਚਾਰਧਾਰਾ ਦੇ ਮੁਤਾਬਕ ਇਹੀ ਮੋਦੀ ਕਰਨਾ ਚਾਹੁੰਦੇ। ਇਸ ਦੇਸ਼ ਦਾ ਧਰਮ ਨਿਰਪੱਖ ਢਾਂਚਾ ਜਿਹੜਾ ਵੱਖ-ਵੱਖ ਧਰਮਾਂ ਨੂੰ ਇਕੱਠਿਆਂ ਰਹਿਣ ਵਾਸਤੇ ਇਹ ਤਿਆਰ ਕਰਦਾ, ਵੱਖ-ਵੱਖ ਜ਼ਾਤੀਆਂ ਅਤੇ ਵੱਖ-ਵੱਖ ਕਮਿਊਨਿਟੀਆਂ ਦੇ ਲੋਕਾਂ ਦੀ ਏਕਤਾ ਬਣਾਉਂਦਾ, ਉਹ ਇਸ ਏਕਤਾ ਨੂੰ ਤੋੜਨਾ ਚਾਹੁੰਦਾ ਆ। ਇੱਥੇ ਇੱਕ ਧਰਮ ਆਧਾਰਿਤ ਦੇਸ਼ ਕਾਇਮ ਕਰਨਾ ਚਾਹੁੰਦਾ। ਹੁਣ ਉਹ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ ਆ ਬਈ ਸੰਤ ਜਿਹੜੇ ਲੋਕਾਂ ਨੂੰ ਅਮਨ ਦਾ ਪਾਠ ਦਿੰਦੇ ਆ, ਪਰਮਾਤਮਾ ਕੋ ਜਾਣ ਦਾ ਰਾਹ ਦੱਸਦੇ ਆ, ਉਹ ਇਹ ਕਹਿੰਦੇ ਆ ਵੀ ਹਥਿਆਰ ਤਿੱਖੇ ਕਰ ਲਓ ਔਰ ਸਫਾਈ ਮੁਹਿੰਮ ਚਲਾ ਦਿਓ ਦੇਸ਼ 'ਚ। 1857 ਦੇ ਗਦਰ ਵਾਂਗ ਜੇ ਤੁਸੀਂ ਹਥਿਆਰਾਂ ਨਾਲ ਵੀ ਵਡਾਂਗਾ ਕਰ ਸਕਦੇ ਹੋ ਕਰੋ, ਕਿਉਂਕਿ ਇਸ ਦੇਸ਼ ਵਿੱਚੋਂ ਅਸੀਂ ਮੁਸਲਮਾਨਾਂ ਨੂੰ ਕੱਢਣਾ ਚਾਹੁੰਦੇ ਹਾਂ। ਇਕੱਲੇ ਮੁਸਲਮਾਨਾਂ ਨੂੰ ਨਹੀਂ, ਹੁਣ ਉਹਨਾਂ ਨੇ ਸ਼ੁਰੂ ਕਰਤਾ ਕੰਮ ਈਸਾਈਆਂ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜੀ। ਗਿਰਜਾ ਘਰਾਂ ਨੂੰ ਢਾਇਆ ਜਾ ਰਿਹਾ, ਉਹਨਾਂ ਦੀ ਪੂਜਾ ਦੇ ਸਥਾਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਜੀ, ਨਫ਼ਰਤ ਫੈਲਾਈ ਜਾ ਰਹੀ ਹੈ। ਔਰ ਮੈਂ ਜ਼ਰੂਰ ਭਾਰਤੀ ਲੋਕਾਂ ਨੂੰ ਕਹਿਣਾ ਚਾਹੁੰਦਾ, ਫਿਰਕਾ ਪ੍ਰਸਤੀ ਕਿਸੇ ਰੰਗ ਦੀ ਹੋਵੇ, ਉਹ ਅੰਤਮ ਰੂਪ ਵਿੱਚ ਉਹਦੇ ਆਪਣੇ ਧਰਮ ਦੇ ਲੋਕਾਂ ਉੱਤੇ ਵੀ ਹਮਲਾ ਕਰਦੀ ਹੈ। ਪਾਕਿਸਤਾਨ 'ਚ ਜੇ ਮੁਸਲਮਾਨ ਫਿਰਕਾ ਪ੍ਰਸਤੀ ਕੰਮ ਕਰਦੀ ਹੈ ਤੇ ਪਾਕਿਸਤਾਨ ਦਾ ਮੁਸਲਮਾਨ ਉਹਦਾ ਸ਼ਿਕਾਰ ਹੋ ਰਿਹਾ। ਭਾਰਤ ਦਾ ਜਿਹੜਾ ਬਹੁਤ ਵੱਡੀ ਵਸੋਂ ਹਿੰਦੂ ਵਸੋਂ ਆ, ਇਹ ਜੇ ਆਰਐਸਐਸ ਵਾਲੇ ਇੱਦਾਂ ਹੀ ਕੰਮ ਕਰਦੇ ਰਹੇ
ਬਜਰੰਗ ਦਲ ਦਾ ਇੱਦਾਂ ਹੁੱਲੜਬਾਜੀ ਚੱਲਦੀ ਰਹੀ ਤੇ ਜਿਹੜੇ ਭਾਰਤ ਦੇ 80% ਹਿੰਦੂ ਵਸੋਂ ਆ ਉਹਨਾਂ ਨੂੰ ਵੀ ਉਹਨਾਂ ਦੇ ਹਿੰਸਕ ਹਮਲਿਆਂ ਦਾ ਮੁਕਾਬਲਾ ਕਰਨਾ ਪਏਗਾ, ਸ਼ਿਕਾਰ ਹੋਣਾ ਪਏਗਾ ਉਹਨਾਂ ਦਾ। ਇਸ ਲਈ ਸਾਨੂੰ ਹੁਣੇ ਸੰਭਲਣ ਦੀ ਲੋੜ ਆ। ਇਹ ਲੜਾਈ ਇਕੱਲੇ ਘੱਟ ਗਿਣਤੀ ਦੀ ਨਹੀਂ ਹੈ, ਇਕੱਲੇ ਦਲਿਤਾਂ ਦੀ ਨਹੀਂ ਹੈ, ਇਹ ਹਿੰਦੂ ਵਸੋਂ ਦੀ ਵੱਡੀ ਲੜਾਈ ਆ ਵੀ ਅਸੀਂ ਆਪਣੇ ਦੇਸ਼ ਨੂੰ ਇੱਕ ਧਰਮ ਨਿਰਪੱਖ ਦੇਸ਼, ਲੋਕ ਰਾਜੀ ਦੇਸ਼ ਰੱਖੀਏ, ਇਹਨੂੰ ਕਿਸੇ ਧਰਮ ਦੇ ਨਾਂ ਤੇ ਨਾ ਚੱਲਣ ਦੇਈਏ। ਜੀ ਪਾਸਲਾ ਜੀ, ਜਿਵੇਂ ਆਪਾਂ ਆਜ਼ਾਦੀ ਤੋਂ ਬਾਅਦ ਦੇਖਦੇ ਹਾਂ ਕਿ ਕਮਿਊਨਿਸਟ ਧਿਰਾਂ ਨੇ ਭਾਰਤ ਦੀ ਰਾਜਨੀਤੀ ਵਿੱਚ ਆਪਣੀ ਇਦਾਂ ਦੀ ਛਾਪ ਰੱਖੀ ਆ ਵੀ ਘੱਟੋ ਘੱਟ ਜੇ ਕਿਤੇ ਉਹ ਸੱਤਾ 'ਚ ਨਹੀਂ ਵੀ ਆਏ, ਪਰ ਸੱਤਾ ਜਿਹੜੀ ਸੀ ਉਹਨਾਂ ਨੂੰ ਵਿਗਾੜਦੇ ਰਹੇ ਨੇ ਸਮੇਂ-ਸਮੇਂ ਤੇ। ਜਦੋਂ ਵੀ ਕੋਈ ਜਿਹੜੇ ਲੋਕ ਮਾਰੂ ਫੈਸਲੇ ਲਏ ਜਾਂਦੇ ਸਨ, ਕਮਿਊਨਿਸਟ ਧਿਰਾਂ ਜਿਹੜੀਆਂ ਸਾਹਮਣੇ ਆ ਕੇ ਲੜਦੀਆਂ ਰਹੀਆਂ ਨੇ। 50-50 60-60 ਵੀ MP ਸੰਸਦ ਵਿੱਚ ਰਹੇ ਨੇ। ਕਮਿਊਨਿਸਟ ਲਹਿਰ ਦਾ ਹਾਸ਼ੀਏ ਤੇ ਚਲੇ ਜਾਣਾ, ਉੱਪਰ ਦੀ ਕਾਂਗਰਸ ਦਾ ਹਾਸ਼ੀਏ ਚਲੇ ਜਾਣਾ, ਇਸੇ ਕਰਕੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਵੱਡੀ ਮੈਜੋਰਟੀ ਆ ਗਈ। ਇਹ ਜਿਹੜੀਆਂ ਦੋ ਵੱਡੀਆਂ ਧਿਰਾਂ ਸੀਗੀਆਂ ਇਸ ਸੋਚ ਨਾਲ ਲੜਨ ਵਾਲੀਆਂ, ਉਹਨਾਂ ਦਾ ਹਾਸ਼ੀਏ ਤੇ ਚਲੇ ਜਾਣਾ ਉਹ ਦਰਸਾਉਂਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਭਾਰਤ ਲਈ ਹੋਰ ਵੀ ਭਿਆਨਕ ਹੋ ਸਕਦਾ। ਬਹੁਤ ਜ਼ਿਆਦਾ ਇੱਕ ਵੱਡਾ ਕਾਰਨ ਇਹਦਾ ਇਹ ਆ ਵੀ ਅਸੀਂ ਭਾਰਤ ਵਿੱਚ ਪੂੰਜੀਵਾਦ ਦੇ ਵਿਕਾਸ ਨੂੰ ਕਰਨ ਦੇ ਨਾਂ ਤੇ ਜਿਹੜੀ ਫਿਰਕੂ ਵਿਚਾਰਧਾਰਾ ਸੀ ਜਗੀਰਦਾਰੀ ਪ੍ਰਬੰਧ ਦੀ, ਅਸੀਂ ਉਹਦਾ ਟਾਕਰਾ ਨਹੀਂ ਕੀਤਾ। ਅਸੀਂ ਜਗੀਰਦਾਰੀ ਨੂੰ ਨਾਲ ਲੈ ਕੇ ਤੁਰੇ, ਜਿਹਨਾਂ ਸਾਨੂੰ ਉਹ ਵਿਚਾਰਧਾਰਾ ਨੂੰ ਵੀ ਨਾਲ ਲੈਣਾ ਪਿਆ ਜਿਹੜੀ ਜਗੀਰੂ ਵਿਚਾਰਧਾਰਾ ਆ। ਇਸ ਲਈ ਅੱਜ ਦੇ ਸਮੇਂ 'ਚ ਜਦੋਂ ਦੇਸ਼ ਭਾਵੇਂ ਪੂੰਜੀਵਾਦੀ ਪ੍ਰਬੰਧ ਵਿੱਚ ਜਾ ਰਿਹਾ, ਉਹ ਜਿਹੜੇ ਪੁਰਾਣੇ ਵਿਚਾਰ ਸਾਨੂੰ ਸਮਾਜ ਵਿੱਚ ਕਾਇਮ ਸੀ, ਉਹਨਾਂ ਵਿਚਾਰਾਂ ਨੂੰ ਅੱਗੇ ਵਧਾਉਣ ਤੋਂ ਲਈ ਮੋਦੀ ਸਰਕਾਰ ਨੇ ਵੀ ਔਰ ਕਾਰਪੋਰੇਟ ਘਰਾਣਿਆਂ ਨੇ ਬੜਾ ਵੱਡਾ ਕੰਮ ਕੀਤਾ। ਕਮਿਊਨਿਸਟਾਂ ਲਈ ਤਾਂ ਦੁਸ਼ਮਣ ਆ, ਉਹ ਸਮਝਦੇ ਵੀ ਕਮਿਊਨਿਸਟ ਤਾਂ ਲੜਦੇ ਆ ਹਮੇਸ਼ਾ ਲੁੱਟ-ਖਸੁੱਟ ਦੇ ਖਿਲਾਫ। ਇਸ ਲਈ ਉਹਨਾਂ ਨੇ ਕਾਂਗਰਸ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਨੇ ਮੋਦੀ ਨੂੰ ਆਪਣਾ ਬੰਦਾ ਬਣਾ ਲਿਆ ਤੇ ਮੋਦੀ ਸਾਡੇ ਹਿੱਤਾਂ ਦੀ ਸੇਵਾ ਕਰ ਸਕਦਾ। ਕਮਿਊਨਿਸਟ ਹਾਸ਼ੀਏ ਤੇ ਕਿਉਂ ਗਏ ਆ? ਉਹਦਾ ਕਾਰਨ ਇਹ ਆ ਵੀ ਕਮਿਊਨਿਸਟ ਇੱਕ ਨਵਾਂ ਸਮਾਜ ਬਦਲਣਾ ਚਾਹੁੰਦੇ ਆ, ਲਿਆਉਣਾ ਚਾਹੁੰਦੇ ਆ, ਜਦ ਕਿ ਬਾਕੀ ਪਾਰਟੀਆਂ ਪੁਰਾਣੇ ਸਮਾਜ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੀਆਂ, ਜਿਹੜਾ ਲੁੱਟ-ਖਸੁੱਟ ਵਾਲਾ ਸਮਾਜ ਆ। ਪਰ ਸਾਡਾ ਕੰਮ ਔਖਾ ਆ ਔਰ ਇਹਦੇ ਲਈ ਸਾਨੂੰ ਵਿਚਾਰਧਾਰਾ ਟੱਕਰਾ ਕਰਨਾ ਪੈਂਦਾ। ਦੁਨੀਆ ਦੇ ਦੁਸ਼ਮਣ ਸਾਡੇ ਜਿਹੜੇ ਸਾਡੇ ਵਿਚਾਰਧਾਰਾ ਦੇ ਉਹ ਲਗਾਤਾਰ ਝੂਠਾ ਪ੍ਰਚਾਰ ਕਰਦੇ ਆ, ਲੇਕਿਨ ਮੈਂ ਸਮਝਦਾ ਸਾਰੀਆਂ ਔਖਾਈਆਂ ਦੇ ਬਾਵਜੂਦ ਵੀ ਕਮਿਊਨਿਸਟਾਂ ਨੇ ਸੱਚਾਈ ਦਾ ਪੱਲਾ ਨਹੀਂ ਛੱਡਿਆ। ਪੰਜਾਬ ਦੇ ਇਸ ਕਿਸਾਨੀ ਅੰਦੋਲਨ ਵਿੱਚ ਵੀ ਖੱਬੀਆਂ ਧਿਰਾਂ ਦਾ ਬਹੁਤ ਅਹਿਮ ਰੋਲ ਆ। ਹਾਲਾਂਕਿ ਇਹ ਦਾਅਵਾ ਨਹੀਂ ਸਾਡਾ ਹੈ ਵੀ ਇਕੱਲੀਆਂ ਖੱਬੀਆਂ ਧਿਰਾਂ ਨੇ ਲੜਿਆ, ਇਹ ਅੰਦੋਲਨ ਸਾਂਝਾ ਅੰਦੋਲਨ ਸੀ, ਲੇਕਿਨ ਇਹਦੇ ਵਿੱਚ ਖੱਬੀਆਂ ਧਿਰਾਂ ਨੇ ਇੱਕ ਮਾਣ ਕਰਨ ਵਾਲਾ ਰੋਲ ਅਦਾ ਕੀਤਾ, ਕਿਉਂਕਿ ਅਸੀਂ ਉਹਨਾਂ ਚਿਰ ਲੜਦੇ ਰਹਿਣਾ ਜਿੰਨਾ ਚਿਰ ਮਨੁੱਖ ਤੋਂ ਮਨੁੱਖ ਦੀ ਲੁੱਟ ਦਾ ਖਾਤਮਾ ਨਹੀਂ ਹੁੰਦਾ। ਜੀ ਹੁਣ ਆਨੇ ਆ ਵਾਪਸ, ਜੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਆ ਕਿ ਇਸ ਵਕਤ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਨੇ। ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਰਾਜਨੀਤਿਕ ਮਾਹੌਲ ਆ ਉਹ ਪੂਰੀ ਤਰ੍ਹਾਂ ਗਰਮਾਇਆ ਹੋਇਆ। ਭਾਵੇਂ ਠੰਡ ਵੱਧ ਗਈ ਆ, ਸੀਤ ਵੱਧ ਗਈ ਆ, ਠਾਰੀ ਵੱਧ ਗਈ ਆ, ਪਰ ਲੀਡਰਾਂ ਦੀਆਂ ਜਿਹੜੀਆਂ ਰੈਲੀਆਂ ਆ, ਲੀਡਰਾਂ ਦੀ ਜਿਹੜੀ ਕਾਰਜਕਾਰੀ ਆ ਇਸ ਵੇਲੇ ਪੂਰੀ ਗਰਮ ਹੋਈ ਪਈ ਆ। ਤੁਸੀਂ ਕੀ ਦੇਖਦੇ ਹੋ ਕਿ ਕਿਸਾਨ ਜਥੇਬੰਦੀਆਂ ਨੇ ਰਾਜਨੀਤਿਕ ਪਿੜ ਦੇ ਵਿੱਚ ਵੀ ਆਪਣਾ ਪੈਰ ਰੱਖਣ ਦਾ ਫੈਸਲਾ ਕੀਤਾ ਆ? ਤੁਹਾਡੀ ਸਮਝ ਕੀ ਕਹਿੰਦੀ ਆ ਕਿ ਵਾਕਿਆ ਹੀ ਪ੍ਰੈਸ਼ਰ ਗਰੁੱਪ ਦੇ ਵਿੱਚ ਰਹਿ ਕੇ ਸਰਕਾਰਾਂ ਦਾ ਟਾਕਰਾ ਕੀਤਾ ਜਾ ਸਕਦਾ ਸੀ ਕਿ ਜਾਂ ਇਸ ਨਿਜ਼ਾਮ ਦੇ ਵਿੱਚ ਆਣ ਕੇ ਜਿਹੜਾ ਉਹਨੇ ਫੈਸਲਾ ਕੀਤਾ ਆ? ਇਹ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਪ੍ਰੈਸ਼ਰ ਗਰੁੱਪ ਦਾ ਸ਼ਬਦ ਦਾ ਅਰਥ ਜਾਂ ਲੌਬਿੰਗ ਕਰਨ ਦਾ ਅਰਥ ਇਹ ਆ ਵੀ ਤੁਸੀਂ ਢਾਂਚੇ ਵਿੱਚ ਰਹਿ ਕੇ ਹੀ ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤੇ ਉਹਨੂੰ ਕੋਈ ਤੱਤੀ ਵਾਹ ਨਹੀਂ ਲੱਗਣ ਦੇਣਾ ਚਾਹੁੰਦੇ ਹੋ ਜੀ। ਇਹਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਆ। ਸਰਮਾਏਦਾਰੀ ਜਿਹੜੇ ਪ੍ਰਬੰਧ ਰਾਜ ਚਲਾ ਰਹੇ ਆ ਉਹ ਬੜੇ ਖੁਸ਼ ਹੋਣਗੇ ਵੀ ਤੁਸੀਂ ਆਪਣੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਦੇ ਰਹੋ, ਪਰ ਸੱਤਾ ਦੀ ਲੜਾਈ ਨਾ ਲੜਿਓ, ਸਾਨੂੰ ਕੋਈ ਤੁਹਾਡਾ ਨੁਕਸਾਨ ਨਹੀਂ ਹੈ। ਜੇ ਤੁਸੀਂ ਸਾਲ ਭਰ ਲੜਦੇ ਰਹੋ, ਸਾਲ ਭਰ ਡਾਂਗਾ ਖਾਂਦੇ ਰਹੋ, ਸਾਲ ਭਰ ਲੋਕਾਂ ਦੀਆਂ ਮੰਗਾਂ ਮਨਾਉਂਦੇ ਰਹੋ ਤੇ ਸਾਲ ਬਾਅਦ ਤੁਸੀਂ ਇਹੀ ਪਾਰਟੀਆਂ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, ਅਕਾਲੀ ਪਾਰਟੀ, ਇਹਨਾਂ ਨੂੰ ਸੱਤਾ 'ਚ ਲੈ ਆਓ, ਉਹਨਾਂ ਨੂੰ ਕੀ ਨੁਕਸਾਨ ਆ? ਇਸ ਲਈ ਮੈਂ ਸਮਝਦਾ ਕਿ ਪਹਿਲਾਂ ਤਾਂ ਦਿੱਲੀ ਦਾ ਕਿਸਾਨ ਅੰਦੋਲਨ, ਜਿਹਨੂੰ ਗੈਰ ਸਰਕਾਰੀ ਗੈਰ ਰਾਜਸੀ ਕਿਹਾ ਗਿਆ, ਉਹ ਬੜਾ ਮਹਾਨ ਕੰਮ ਆ। ਰਾਜਸੀ ਲੋਕਾਂ ਨੇ ਗੈਰ ਰਾਜਸੀ ਲੜਾਈ ਲੜੀ, ਪਰ ਉਹਦੇ ਵਿੱਚ ਰਾਜਸੀ ਲੜਾਈ ਮੌਜੂਦ ਸੀ। ਮੋਦੀ ਨੂੰ ਸੱਤਾ ਤੋਂ ਹਟਾਉਣਾ ਤੇ ਮੋਦੀ ਦੇ ਕਾਇਕ ਨੂੰ ਵਾਪਸ ਕਰਨਾ ਧਾਰਮਿਕ ਲੜਾਈ ਥੋੜੋ ਆ, ਇਹ ਰਾਜਸੀ ਲੜਾਈ ਸੀ, ਪਰ ਉਹ ਕਾਮਯਾਬ ਕਰ ਲਿਆ। ਹੁਣ ਚਾਹੀਦਾ ਤੇ ਸੀ, ਅੱਛੀ ਗੱਲ ਇਹ ਹੁੰਦੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੀ ਚੇਤਨਾ ਪੈਦਾ ਹੋਈ ਲੋਕਾਂ 'ਚ ਲੜਨ ਦੀ, ਸਾਂਝੀਵਾਲਤਾ ਦੀ, ਉਹਨੂੰ ਹੋਰ ਬਲ ਦੇਣ ਲਈ ਚੋਣਾਂ 'ਚ ਇਕੱਠੇ ਹੋ ਕੇ ਹਿੱਸਾ ਲੈਂਦੇ। ਪੰਜਾਬ ਦੇ ਲੋਕੀ ਪੂਰੀ ਤਰ੍ਹਾਂ ਤਿਆਰ ਸਨ। ਇਹ ਬਦਕਿਸਮਤੀ ਆ, ਬਹੁਤ ਸਾਰੀਆਂ ਜਥੇਬੰਦੀਆਂ ਹਿੱਸਾ ਨਹੀਂ ਲੈ ਰਹੀਆਂ। ਮੈਂ ਉਹ ਧਿਰਾਂ ਬੁਰੀਆਂ ਨਹੀਂ ਕਹਿੰਦਾ, ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਇਸ ਅੰਦੋਲਨ 'ਚ, ਲੇਕਿਨ ਇਹ ਗੱਲ ਮੰਦਭਾਗੀ ਆ
ਵੀ ਜਦੋਂ ਲੜਾਈ ਇਸ ਹੋਣੀ ਫੈਸਲੇ ਤੇ ਆ ਇਕੱਠੇ ਨਹੀਂ ਹੋ ਸਕਦੇ। ਇੱਕ ਸਾਲ 'ਚ ਜਿਹੜਾ ਅਸੀਂ ਕਮਾਇਆ, ਜੇ ਮੁੜ ਕੇ ਫਿਰ ਸੱਤਾ ਤੇ ਇਹੀ ਕਾਂਗਰਸ ਪਾਰਟੀ, ਇਹੀ ਅਕਾਲੀ ਪਾਰਟੀ, ਇਹੀ ਭਾਰਤੀ ਜਨਤਾ ਪਾਰਟੀ ਜਾਂ ਹੁਣ ਨਵੀਂ ਪਾਰਟੀ ਆ ਗਈ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਆਪ, ਜੇ ਉਹ ਸੱਤਾ ਤੇ ਆ ਜਾਣ ਤੇ ਸਾਡੀ ਸਾਲ ਦੀ ਕਮਾਈ ਕਿੱਥੇ ਗਈ ਫਿਰ? ਇਹ ਜਿਹੜੀ ਲੜਾਈ ਕ੍ਰਾਂਤੀਕਾਰੀ ਲਹਿਰ ਨੌਜਵਾਨਾਂ ਚਾਹੀ ਲੜਾਈ ਸੀ, ਉਹ ਦੋ ਕਿੱਥੇ ਤਰ੍ਹਾਂ ਗਈ? ਦੀ ਆ। ਇੱਕ ਲੜਾਈ ਸੜਕਾਂ ਤੇ ਲੜੀ ਜਾਂਦੀ ਆ ਜੀ। ਸੜਕਾਂ ਤੇ ਲੜਾਈ ਜਿੰਨੀ ਹੀ ਲੜਾਈ ਮਸ਼ਹੂਰੀ ਆ, ਜ਼ਰੂਰੀ ਆ ਕਿ ਉਸ ਲੜਾਈ ਨੂੰ ਅਸੀਂ ਰਾਜਸੀ ਲੜਾਈ 'ਚ ਤਬਦੀਲ ਕਰੀਏ। ਜੀ। ਅਸੀਂ ਇਹ ਨਹੀਂ ਹੈ ਵੀ ਡਾਂਗਾ ਖਾਣ ਨੂੰ ਅਸੀਂ ਇਕੱਲੇ ਰਹੀਏ, ਲੋਕ ਤਾਂ ਰਾਜ ਸੱਤਾ ਦੇ ਲੁਟੇਰੇ ਲੋਕ ਬੈਠੇ ਰਹਿਣ। ਇਸੇ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਬਹੁਤ ਔਖੀਆਂ ਆ। ਤੇ ਦੇਖੋ ਕਿਸਾਨੋਂ ਕਿਤੇ ਰਾਜਨੀਤੀ ਨਾ ਕਰਿਓ, ਇਹ ਬਹੁਤ ਭੈੜੀ ਚੀਜ਼ ਆ, ਉਹ ਸਾਡੇ ਲਈ ਛੱਡ ਦਿਓ। ਮਤਲਬ ਰਾਜਨੀਤੀ ਭਾਜਪਾ ਲਈ ਆ, ਰਾਜਨੀਤੀ ਅਕਾਲੀਆਂ ਲਈ ਆ, ਸਾਡੇ ਲਈ ਰਾਜਨੀਤੀ ਨਹੀਂ ਹੈ ਗਰੀਬਾਂ ਲਈ। ਹੋਰ ਰਾਜਨੀਤੀ, ਇਹ ਤਾਂ ਸਭ ਤੋਂ ਵੱਡਾ ਧੋਖਾ ਸਾਡੇ ਨਾਲ ਇਹ ਹੋ ਰਿਹਾ। ਇਸ ਲਈ ਮੈਂ ਸਮਝਦਾ ਕਿ ਅੱਜ ਵੀ ਜੇ ਕਿਸਾਨ ਜਥੇਬੰਦੀਆਂ ਜਿੰਨੀਆਂ ਇਕੱਠੀਆਂ ਹੋ ਸਕਦੀਆਂ ਜੀ, ਉਹ ਚੋਣਾਂ 'ਚ ਕੁੱਦਣ, ਜਿਹੜੀਆਂ ਨਹੀਂ ਚੋਣਾਂ 'ਚ ਕੁੱਦਣਾ ਚਾਹੁੰਦੀਆਂ ਉਹਨਾਂ ਨੂੰ ਮਦਦ ਕਰਨ, ਉਹਨਾਂ ਦੀ ਹਮਾਇਤ ਜਟਾਉਣ, ਪਿੰਡਾਂ 'ਚ ਉਹਨਾਂ ਨੂੰ ਬੁਰਾ ਨਾ ਕਹਿਣ, ਤਾਂ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਦੁਬਾਰਾ ਸੱਤਾ ਤੇ ਕਬਜ਼ਾ ਕਰਨਾ ਚਾਹੁੰਦੀਆਂ ਉਹਨੂੰ ਰੋਕਿਆ ਜਾ ਸਕੇ। ਔਰ ਇਹ ਨਾਲ ਕਿਸਾਨ ਏਕਤਾ ਵੀ ਕਾਇਮ ਰਹੇਗੀ। ਕਿਸਾਨ ਏਕਤਾ ਚੋਣਾਂ ਦੇ ਬਾਈਕਾਟ ਕਰਨਾ ਨਹੀਂ ਕਾਇਮ ਰਹਿਣੀ, ਕਿਉਂਕਿ ਜਿਹੜੇ ਲੋਕੀ ਜਿਨ੍ਹਾਂ ਪਾਰਟੀਆਂ 'ਚੋਂ ਆਏ ਆ, ਜੇ ਅਸੀਂ ਚੋਣਾਂ ਨਹੀਂ ਲੜਨਾ ਉਹਨੂੰ ਉੱਥੇ ਵਾਪਸ ਚਲੇ ਜਾਣਾ। ਜਿਹੜਾ ਅਕਾਲੀ ਦਿੱਲੀ ਦੇ ਮੋਰਚੇ ਤੇ ਬੈਠਾ ਸੀ, ਉਹ ਜਦੋਂ ਹੁਣ ਕਿਸਾਨ ਨਹੀਂ ਲੜਨਗੇ ਉਹ ਅਕਾਲੀ ਦਲ 'ਚ ਆਪਣੀ ਪਾਰਟੀ ਨਹੀਂ ਪਾਊਗਾ। ਜੇ ਕਾਂਗਰਸ ਪਾਰਟੀ ਦਾ ਬੰਦਾ ਉੱਥੇ ਬੈਠਾ ਸੀ, ਹੁਣ ਕਾਂਗਰਸ ਚਲਾ ਜਾਵੇਗਾ। ਇਸ ਲਈ ਜਿਹੜੇ ਇਹ ਲੋਕ ਦਲੀਲ ਪੇਸ਼ ਕਰਦੇ ਆ ਵੀ ਇਹਦੀ ਚੋਣਾਂ ਲੜਨਾ ਫੁੱਟ ਪੈ ਜਾਣੀ, ਮੈਂ ਸਮਝਦਾ ਕਿ ਚੋਣਾਂ ਲੜਨ ਨਾਲ ਏਕਤਾ ਜ਼ਿਆਦਾ ਬਣਨੀ ਸੀ। ਅੱਜ ਵੀ ਮੈਂ ਕਹਿੰਦਾ ਵੀ ਜੇ ਚੋਣਾਂ ਲੜਨ ਵਾਲੇ ਤੇ ਨਾ ਲੜਨ ਵਾਲੇ ਇੱਕ ਸੁਰ ਰਹਿਣ, ਤੇ ਜਿਹੜੇ ਲੁਟੇਰੀਆਂ ਰਾਜਸੀ ਸੱਤਾ ਤੇ ਲੜਾਈ ਲੜਨ ਵਾਲੀਆਂ ਪਾਰਟੀਆਂ ਆ ਉਹਨਾਂ ਨੂੰ ਹਰਾਉਣ, ਤੇ ਇਹਨਾਂ ਏਕਤਾ ਮਜ਼ਬੂਤ ਹੋਏਗੀ। ਏਕਤਾ ਨਹੀਂ ਟੁੱਟੇਗੀ, ਏਕਤਾ ਵੈਸੇ ਵੀ ਨਹੀਂ ਟੁੱਟਣੀ। ਹੈ ਜਿਹੜੇ ਲੋਕਾਂ ਨੇ ਬਣਾ ਲਿਆ, ਤਜਰਬਾ ਕਰ ਲਿਆ, ਇਹਨੂੰ ਕੋਈ ਆਂਚ ਨਹੀਂ ਆਏਗੀ। ਪਰ ਸਾਡਾ ਯਤਨ ਹੋਣਾ ਚਾਹੀਦਾ ਵੀ ਸੜਕਾਂ ਦੀ ਲੜਾਈ ਨੂੰ ਅਸੀਂ ਰਾਜਸੀ ਲੜਾਈ 'ਚ ਵੀ ਤਬਦੀਲ ਕਰੀਏ, ਉਹ ਦੁਸ਼ਮਣ ਲਈ ਨਾ ਛੱਡੀਏ। ਬਿਲਕੁਲ ਪਾਸਲਾ ਸਾਹਿਬ, ਜਿਵੇਂ ਜਿਵੇਂ ਆਪਾਂ ਪੰਜਾਬੀਆਂ ਦਾ ਖਾਸ ਕਰਕੇ ਆਪਾਂ ਇਤਿਹਾਸ ਦੇਖਦੇ ਹਾਂ, ਖਿੱਤਾ ਦੇਖਦੇ ਹਾਂ ਕਿ ਜਿੱਥੇ ਵੱਡੇ ਵੱਡੇ ਕਾਰਨਾਮੇ, ਵੱਡੇ ਵੱਡੇ ਇਤਿਹਾਸ ਪੰਜਾਬੀਆਂ ਦੇ ਨੇ, ਪਰ ਇੱਕ ਆ ਵੀ ਇਤਿਹਾਸ ਬਣਦਾ ਜਾ ਰਿਹਾ ਕਿ ਜਿਸ ਪਾਰਟੀ ਦੇ 1.5 ਸਾਲ ਕੋ ਨੇੜੇ ਜਾਣ ਨੂੰ ਤਿਆਰ ਨਹੀਂ ਸੀ, ਉਹਨਾਂ ਦੇ 22-23 ਸਾਲ ਦੇ ਸਾਥੀ ਅਕਾਲੀ ਦਲ ਉਹਨਾਂ ਨੂੰ ਛੱਡ ਕੇ ਭੱਜੇ। ਜਦੋਂ ਆਪਣਾ ਗਰਾਊਂਡ ਤੇ ਸਫਾਇਆ ਹੁੰਦਾ ਦੇਖਿਆ ਤਾਂ ਸੁਖਦੇਵ ਸਿੰਘ ਢੀਂਡਸਾ ਵੀ ਉਸ ਵੇਲੇ ਤਿਆਰੀ ਸੀ ਵੀ ਬਾਦਲਾਂ ਨੂੰ ਪਰੇ ਕਰਕੇ ਤਾਂ ਮੈਂ ਭਾਜਪਾ ਦੇ ਨੇੜੇ ਲੱਗਣਾ ਆ। ਪਰ ਜਦੋਂ ਹੀ ਇਹ ਅੰਦੋਲਨ ਦਾ ਸਮਾਪਤੀ ਹੋ ਜਾਂਦੀ ਆ ਤੇ ਕਿ ਆਪਣੇ ਕਾਨੂੰਨ ਵਾਪਸ ਹੋ ਜਾਂਦੇ ਆ, ਕਿਸਾਨ ਆਪਣੇ ਘਰਾਂ ਨੂੰ ਆਉਣ ਦੀ ਤਿਆਰੀ ਸ਼ੁਰੂ ਕਰਦੇ ਆ, ਤਾਂ ਉਸੇ ਦਿਨ ਤੋਂ ਹੀ ਭੱਜ ਕੇ ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਨਾਮਵਰ ਅਕਾਲੀ ਦਲ 'ਚ, ਕਾਂਗਰਸ, ਝਾੜੂ 'ਚ ਜਾਂ ਹੋਰ ਕਿਸੇ ਪਾਰਟੀਆਂ 'ਚ ਬੈਠੇ ਸੀਗੇ, ਉਹਨਾਂ ਨੇ ਜਾ ਕੇ ਭਾਜਪਾ ਨੂੰ ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੂੰ ਭੁੱਲ ਗਿਆ ਵੀ 1.5 ਸਾਲ 26 ਜਨਵਰੀ ਦੀ ਘਟਨਾ, ਲਖੀਮਪੁਰ ਖੀਰੀ ਦੀ ਘਟਨਾ, ਕਰਨਾਲ ਦੀ ਘਟਨਾ, ਵੱਖ-ਵੱਖ ਇਸ ਅੰਦੋਲਨ ਦੇ ਦੌਰਾਨ ਜਿਹੜੇ ਸ਼ਹੀਦ ਹੋਏ 700 ਬੰਦੇ ਆ, ਉਹਨਾਂ ਦਾ ਕੋਈ ਮੁੱਲ ਨਹੀਂ, ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਦੁੱਖ ਦਰਦ ਨਹੀਂ। ਉਸੇ ਜਾ ਕੇ ਮੋਦੀ ਨੂੰ, ਉਸੇ ਅਮਿਤ ਸ਼ਾਹ ਨੂੰ, ਉਸੇ ਭਾਜਪਾ ਨੂੰ ਜਾ ਕੇ ਜਿਹੜੇ ਜੱਫੀਆਂ ਪਾਉਣੀਆਂ ਸ਼ੁਰੂ ਹੋ ਸਕਦੀਆਂ। 5 ਰਾਜਾਂ ਦੀਆਂ ਚੋਣਾਂ ਆ, 5 ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਇਸ ਵੇਲੇ ਪੰਜਾਬੀ ਜਾ ਰਹੇ ਨੇ ਭਾਜਪਾ ਦੇ ਵਿੱਚ। ਇਹ ਸਾਰਾ ਜਿਹੜਾ ਦਲ ਬਦਲੂ ਵਾਲਾ ਸਿਸਟਮ ਆ ਜਾਂ ਮੌਕੇ ਦੀ ਸਿਆਸਤ ਨੂੰ ਦੇਖ ਕੇ ਕੁਰਸੀ ਨੂੰ ਕਿੱਦਾਂ ਹੱਥ ਪੈਂਦਾ ਆ, ਇਹ ਜਿਹੜਾ ਲੋਕਾਂ ਦੀ ਇੱਕ ਸਾਡੀ ਮਾਨਸਿਕਤਾ ਉਹਨੂੰ ਕਿੱਦਾਂ ਦੇਖਦੇ ਹੋ? ਮੈਂ ਸਮਝਦਾ ਕਿ ਰਾਜਨੀਤੀ ਦੋ ਤਰ੍ਹਾਂ ਦੀ ਹੈ ਜੀ। ਇੱਕ ਰਾਜਨੀਤੀ ਆ ਭਗਤ ਸਿੰਘ ਹੋਣ ਵਾਲੀ ਜੀ, ਇੱਕ ਰਾਜਨੀਤੀ ਆ ਗਦਰ ਪਾਰਟੀ ਵਾਲੀ ਜੀ, ਇੱਕ ਰਾਜਨੀਤੀ ਆ ਗੁਰੂ ਗੋਬਿੰਦ ਸਿੰਘ ਦੇ ਵਿਚਾਰਾਂ ਵਾਲੀ ਜੀ। ਉਹ ਰਾਜਨੀਤੀ ਲੋਕਾਂ ਲਈ ਆ ਜੀ, ਉਹ ਕੁਰਬਾਨੀਆਂ ਵੀ ਮੰਗਦੀ ਆ ਜੀ। ਉਹ ਰਾਜਨੀਤੀ ਚਾਹੀਦੀ ਦੇਸ਼ ਨੂੰ, ਉਸ ਰਾਜਨੀਤੀ ਤੋਂ ਬਿਨਾਂ ਦੇਸ਼ ਦਾ ਕਲਿਆਣ ਨਹੀਂ ਹੋਣਾ ਜੀ। ਇੱਕ ਦੂਜੀ ਰਾਜਨੀਤੀ ਲੁਟੇਰੇ ਵਰਗਾਂ ਦੀ ਆ ਜੀ, ਜਿਹੜੀ ਰਾਜਨੀਤੀ ਮੁਨਾਫਾ ਕਮਾਉਣ ਲਈ, ਸੱਤਾ ਹਾਸਲ ਕਰਨ ਲਈ ਆ। ਜੀ। ਇਹ ਜਿਹੜੀਆਂ ਪਾਰਟੀਆਂ ਤੁਸੀਂ ਨਾਂ ਲੈ ਰਹੇ ਹੋ, ਦਲ ਬਦਲੀਆਂ ਕਰਦੇ ਜਿਹੜੇ ਲੋਕ, ਅਸਲ 'ਚ ਇਹ ਲੁਟੇਰੀਆਂ ਪਾਰਟੀਆਂ ਦੀ ਸਿਰਫ ਸੱਤਾ ਦੀ ਰਾਜਨੀਤੀ ਦੇ ਬੰਦੇ ਆ। ਜੀ। ਇਹਨਾਂ ਨੂੰ ਕੋਈ ਰਾਜਨੀਤੀ ਨਾਲ ਨਹੀਂ ਹੈ। ਜਿਹੜਾ ਕੱਲ ਮੋਦੀ ਨੂੰ ਇਹ ਕਹਿੰਦੇ ਸੀ ਵੀ ਇਹ ਤਾਂ ਜੀ ਆਰਐਸਐਸ ਦੀ ਵਿਚਾਰਧਾਰਾ ਆ, ਦੇਸ਼ ਲੁੱਟ ਕੇ ਖਾ ਗਿਆ, ਉਹਨਾਂ ਨੂੰ ਸ਼ਰਮ ਮਹਿਸੂਸ ਵੀ ਨਹੀਂ ਹੋ ਰਹੀ ਵੀ ਉਸੇ ਮੋਦੀ ਦੇ ਜਾ ਕੇ ਪੈਰੀ ਪੈਣਾ ਤੇ ਉਹ ਤੋਂ ਹਾਰ ਪਾਉਣੇ ਆ। ਜਿਹੜੇ ਕੱਲ ਤੱਕ ਕਾਂਗਰਸੀ ਸੀ ਇਹ ਕਹਿੰਦੇ ਸੀ ਵੀ ਮੋਦੀ ਸਰਕਾਰ ਬਹੁਤ ਮਾੜੀ ਆ, ਇਹ ਗਾਂਧੀ ਦੇ ਕਾਤਲ ਨੂੰ ਚੰਗਾ ਕਹਿੰਦੀ ਆ, ਅੱਜ ਉਹ ਜਾ ਕੇ ਬੀਜੇਪੀ ਜਾਣਗੇ ਔਰ ਉੱਥੇ ਕਹਿਣਗੇ ਜਾ ਕੇ ਵੀ ਨਥੂਰਾਮ ਗੌਡਸਾ ਜ਼ਿੰਦਾਬਾਦ ਤੇ ਮਹਾਤਮਾ ਗਾਂਧੀ ਦੀ ਮੁਰਦਾਬਾਦ। ਇਹ ਬਦਕਿਸਮਤੀ ਨਾਲ ਲੋਕਾਂ ਨੇ ਰਾਜਨੀਤੀ ਨੂੰ ਬਦਨਾਮ ਕੀਤਾ ਆ। ਔਰ ਮੈਂ ਸਮਝਦਾ ਵੀ ਇਹ ਜਿੱਥੇ ਵੀ ਜਾਣਗੇ ਉੱਥੇ ਇਹ ਭਲਾ ਨਹੀਂ ਕਰਨਗੇ। ਜੀ। ਔਰ ਮੈਂ ਇਹਦਾ ਇੱਕੋ ਇੱਕ ਹੱਲ ਇਹ ਆ ਵੀ ਲੋਕ ਇਹਨਾਂ ਨੂੰ ਪਛਾਣਨ। ਜੀ। ਵੀ ਜਿਹੜੇ ਲੋਕੀ ਸਾਨੂੰ ਇਹ ਕਹਿੰਦੇ ਰਹੇ ਆ 2 ਸਾਲ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਭਾਜਪਾ ਦੇ ਵਿਰੋਧ 'ਚ ਆ, ਅੱਜ ਉਹ ਕਿਹੜੇ ਮੂੰਹ ਨਾਲ ਭਾਜਪਾ ਕੋਲ ਜਾ ਰਹੇ ਆ? ਭਾਜਪਾ ਪਹਿਲਾਂ ਨਾਲੋਂ ਜ਼ਿਆਦਾ ਤਿੱਖੀ ਹੋਈ ਆ, ਜ਼ਿਆਦਾ ਫਿਰਕੂ ਆ, ਉਹ ਜ਼ਿਆਦਾ ਦੇਸ਼ ਵਿਰੋਧੀ ਆ। ਕਾਨੂੰਨ ਵਾਪਸ ਲੈਣ ਤੋਂ ਬਾਅਦ ਤੋਮਰ ਨੇ ਕਿਹਾ ਵੀ ਅਸੀਂ ਨਵੇਂ ਕਾਨੂੰਨ ਦੁਬਾਰਾ ਫੇਰ ਲਿਆਵਾਂਗੇ। ਮੈਂ ਅੱਜ ਫੇਰ ਬਿਆਨ ਕਰਦਾ ਵੀ ਇਹ ਮੋਦੀ ਸਰਕਾਰ ਕਿਸੇ ਨਾ ਕਿਸੇ ਸ਼ਕਲ ਵਿੱਚ ਫੇਰ ਇਦਾਂ ਦੇ ਮਾਰੂ ਕਾਨੂੰਨ ਲਿਆਏਗੀ, ਕਿਉਂਕਿ ਜਿਹੜੀ ਨੀਤੀ ਅਧੀਨ ਉਹ ਕੰਮ ਕਰ ਰਹੀ ਆ ਉਹ ਨੀਤੀ ਨਹੀਂ ਮੁੱਕੀ ਹੈ, ਉਹ ਨੀਤੀ ਕਾਇਮ ਆ।
ਇਸ ਵਾਸਤੇ ਜਿਹੜੇ ਇਹ ਲੋਕ ਆ ਵੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਣਾ, ਇਹਨਾਂ ਦਾ ਹੋਰ ਕੋਈ ਮਕਸਦ, ਇਹਦਾ ਰਾਤ ਨੂੰ ਸੁਪਨਾ ਵੀ ਲੈਂਦੇ ਤਾਂ ਇਹ ਗੱਦੀ ਦਾ ਲੈਂਦੇ ਆ। ਔਰ ਇਹਨਾਂ ਲੋਕਾਂ ਨੇ ਹੀ ਸਾਡਾ ਦੇਸ਼ ਦਾ ਬੇੜਾ ਗਰਕ ਕੀਤਾ। ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਦਲ ਬਦਲੂ ਨਾ, ਇਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਔਰ ਧਿਆਨ 'ਚ ਰੱਖ ਕੇ ਐਸਾ ਸਬਕ ਦੇਣਾ ਚਾਹੀਦਾ ਕਿ ਇਹ ਰਾਜਨੀਤੀ ਦੇ ਖੇਤਰ ਤੋਂ ਬਾਹਰ ਜਾਣ। ਇਹਨਾਂ ਲੋਕਾਂ ਨੇ ਹੀ ਦੇਸ਼ ਦਾ ਬੇੜਾ ਗਰਕ ਕੀਤਾ ਸਰ। ਜੀ ਪਾਸਲਾ ਸਾਹਿਬ, ਪੰਜਾਬ ਦੀ ਆਪਾਂ ਸੰਯੁਕਤ ਸਮਾਜ ਮੋਰਚਾ ਬਣਿਆ, ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ 22 ਜਥੇਬੰਦੀਆਂ ਨੇ ਬਣਾਇਆ। ਗੱਲਬਾਤ ਮੀਡੀਆ 'ਚ ਆ ਰਹੀ ਇਹ ਵੀ ਅਰਵਿੰਦ ਕੇਜਰੀਵਾਲ ਨਾਲ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਗੱਲ ਚੱਲ ਰਹੀ ਆ। ਸਿਰੇ ਚੜ੍ਹਦੀ ਜਾਂ ਨਹੀਂ ਚੜ੍ਹਦੀ ਉਹ ਇੱਕ ਹਜੇ ਭਵਿੱਖ ਦੇ ਵਿੱਚ ਗੱਲ ਬਣੀ। ਤੁਹਾਡੀ ਸਮਝ ਕੀ ਕਹਿੰਦੀ ਆ ਵੀ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਆ, ਜਿਹੜੀ ਲੜਾਈ ਨੂੰ ਲੈ ਕੇ ਉਹ ਇਸ ਖਿੱਤੇ 'ਚ ਕੁੱਦੇ ਨੇ, ਕਿ ਜਾਂ ਇਹ ਇਕੱਲੇ ਰਹਿ ਕੇ ਆਪਣੀ ਲੜਾਈ ਲੜਨ ਤਾਂ ਇਹਨਾਂ ਨੂੰ ਵੱਧ ਫਾਇਦਾ ਹੋ ਸਕਦਾ? ਜਿਹੜੀ ਪਾਰਟੀ ਤੁਸੀਂ ਜਾਣਾ ਚਾਹੁੰਦੇ ਹੋ, ਜਿਹਦੇ ਲੜ ਲੱਗਣਾ ਚਾਹੁੰਦੇ ਹੋ, ਪਾਰਟੀ ਦਾ ਕਿਰਦਾਰ ਕੀ, ਉਹ ਪਾਰਟੀ ਕੀ ਹੈ, ਪਹਿਲਾਂ ਤੇ ਸਮਝਣਾ ਬੜਾ ਜ਼ਰੂਰੀ ਹੈ ਜੀ। ਅਰਵਿੰਦ ਕੇਜਰੀਵਾਲ ਨੇ ਪਹਿਲੇ ਦਿਨ ਤੋਂ ਕਿਹਾ ਆ ਕਿ ਮੇਰੀ ਪਾਰਟੀ ਕਾਰਪੋਰੇਟ ਘਰਾਣਿਆਂ ਦੀ ਹਮਾਇਤੀ ਆ, ਮੇਰੀ ਪਾਰਟੀ ਨਿੱਜੀਕਰਨ ਦੇ ਹੱਕ 'ਚ ਆ। ਔਰ ਉਹ ਕੇਜਰੀਵਾਲ ਇਸ ਦੌੜ 'ਚ ਆ ਵੀ ਮੈਂ ਮੋਦੀ ਨਾਲ ਵੀ ਵੱਡਾ ਹਿੰਦੂ ਆ। ਜੇ ਮੋਦੀ ਰਾਮ ਦਾ ਨਾਰਾ ਲਾ ਕੇ ਕਹਿੰਦਾ ਵੀ ਰਾਮ ਮੰਦਿਰ ਬਣਾਇਆ ਮੈਂ, ਉਹ ਕਹਿੰਦਾ ਤੇਰੇ ਨਾਲ ਰਾਮ ਹੈ, ਮੇਰੇ ਨਾਲ ਹਨੂਮਾਨ ਹੈ। ਜੇ ਮੋਦੀ ਜਾ ਕੇ ਹਰਿਦੁਆਰ ਆਰਤੀ ਦੇਖਦਾ ਤੇ ਉਹਦੀ ਘੰਟਿਆਂ ਬੱਧੀ ਟੈਲੀਕਾਸਟ ਕਰਦਾ, ਤੇ ਉਹੀ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਇਹ ਕਹਿੰਦਾ ਵੀ ਦਿੱਲੀ ਦੇ ਲੋਕੋ ਦੀਵਾਲੀ ਸ਼ਾਮ ਨੂੰ ਮੇਰੇ ਨਾਲ ਮਨਾਇਓ ਟੀਵੀ ਤੇ ਬਹਿ ਕੇ, ਕਿਉਂਕਿ ਮੈਂ ਪਾਠ ਪੂਜਾ ਕਰਨਾ ਹੈ। ਧਾਰਮਿਕ ਜਗ੍ਹਾ ਨੂੰ ਮੈਂ ਬੱਸਾਂ ਫ੍ਰੀ ਚਲਾਇਆ ਕਰਨੀਆਂ। ਅਸਲ 'ਚ ਉਹ ਹਿੰਦੂਵਾਦ ਦੀ ਦੌੜ 'ਚ ਆ। ਮੈਂ ਉਹਨੂੰ ਕਹੂੰਗਾ ਵੀ ਮੋਦੀ ਦੀ ਇੱਕ ਸੋਚ ਆ ਦੋਨਾਂ ਦੀ। ਜੇ ਦੇਸ਼ ਦੇ ਲੋਕਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਇਹ ਧੋਖਾ ਦੇਣ ਦਾ ਮੌਕਾ ਮਿਲਿਆ ਵੀ ਮੋਦੀ ਜਗ੍ਹਾ ਕਿਹਨੂੰ ਮੋਹਰੇ ਲਿਆਉਣਾ ਆ, ਉਹਨਾਂ ਕੋਲ ਦੂਜਾ ਨੰਬਰ ਇਹ ਕੇਜਰੀਵਾਲ ਦਾ ਹੋਏਗਾ। ਨੰਬਰ 2, ਇੱਕ ਹੋਰ ਵੀ ਹੰਕਾਰੀ ਗੱਲ ਦੇਖੋ ਤੁਸੀਂ, ਇੱਕ ਸੂਬੇ ਦਾ ਮੁੱਖ ਮੰਤਰੀ ਆ ਕੇ ਕਿ ਪੰਜਾਬ ਨੂੰ ਇਹ ਤਾਂ ਕਹਿ ਸਕਦਾ ਵੀ ਲੋਕੋ ਤੁਸੀਂ ਇਹਨਾਂ ਪਾਰਟੀ ਨੂੰ ਬਦਲ ਕੇ ਆਪ ਨੂੰ ਮੌਕਾ ਦਿਓ। ਪਰ ਇਹ ਮੈਂ ਕਦੇ ਨਹੀਂ ਦੇਖਿਆ ਵੀ ਇੱਕ ਮੌਕਾ ਕੇਜਰੀਵਾਲ ਨੂੰ। ਦਿੱਲੀ ਦਾ ਮੁੱਖ ਮੰਤਰੀ ਪੰਜਾਬ 'ਚ ਮੌਕਾ ਮੰਗ ਰਿਹਾ, ਮੌਕਾ ਪੰਜਾਬ 'ਚ ਮੰਗ ਰਿਹਾ। ਦੇਖੋ कैसा आदमी, कैसा तानाशाह आदमी आ, अपने आप च इन्ना फसिया अपने हंकार च, ਜਿਹਦੀ ਆਪਣੀ ਪਾਰਟੀ ਦੀ ਮੀਟਿੰਗ ਨਹੀਂ ਹੁੰਦੀ, ਜਿਹੜਾ ਬਰਾਬਰ ਖੜਦਾ ਉਹਨੂੰ ਕਤਲ ਕਰਕੇ ਪਾਸੇ ਕਰ ਦਿੰਦਾ, ਕਤਲ ਤੋਂ ਬਾਅਦ ਰਾਜਨੀਤੀ ਤੋਂ ਬਾਹਰ ਕਰ ਦਿੰਦਾ। ਆ ਜਿੰਨੇ ਵੱਡੇ ਵੱਡੇ ਨੇਤਾ ਦਿੱਲੀ ਦੇ ਸਾਰੇ ਉਹਦੇ ਨਾਲ ਸੀ, ਸਾਰੇ ਪਾਸੇ ਕਰਤੇ। ਹੁਣ ਵੀ ਬੰਦੇ ਨੂੰ ਵਰਤ ਕੇ ਪਾਸੇ ਕਰ ਦਿੰਦਾ। ਔਰ ਨਾਰਾ ਇਹ ਲੱਗਣਾ, ਮੈਂ ਸਮਝਦਾ ਪੰਜਾਬ ਦੇ ਲੋਕਾਂ ਦੀ ਅਣਖ ਨੂੰ ਚੈਲੰਜ ਹੈ ਵੀ ਪੰਜਾਬ ਜਾ ਕੇ ਇਹ ਕਵੇ ਕੋਈ ਦਿੱਲੀ ਦਾ ਮੁੱਖ ਮੰਤਰੀ ਵੀ ਇਸ ਵਾਰ ਕੇਜਰੀਵਾਲ। ਮੈਂ ਤੁਹਾਡਾ ਮੰਨਣਾ ਆ ਕਿ ਜਥੇਬੰਦੀਆਂ ਜਿਹੜਾ ਫੈਸਲਾ ਲੈ ਰਹੀਆਂ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ। ਉਹ ਨਹੀਂ, ਬਿਲਕੁਲ, ਜੇ ਲੈਣਗੇ ਮਰ ਜਾਣਗੀਆਂ। ਇਹ ਕੇਜਰੀਵਾਲ ਉਸੇ ਕਾਰਪੋਰੇਟ ਘਰਾਣਿਆਂ ਦਾ ਹਮਾਇਤੀ ਆ ਜਿਹਦੇ ਖਿਲਾਫ ਅਸੀਂ ਲੜਦੇ ਆਏ ਆ, ਜਿੱਥੇ 770 ਕਿਸਾਨ ਸ਼ਹੀਦ ਹੋ ਗਏ ਆ। ਇੱਕ ਸਾਲ ਸਾਡੇ ਡਾਂਗਾਂ ਨਾਲ ਲੋਕਾਂ ਦੇ ਸਿਰ ਭੱਜ ਗਏ ਆ। ਸਾਡੀਆਂ ਔਰਤਾਂ ਭੈਣਾਂ ਮਾਵਾਂ ਨੇ ਦਿੱਲੀ ਜਾ ਕੇ ਸੜਕਾਂ ਦੇ ਉੱਤੇ ਲੰਮੀਆਂ ਪੈ ਕੇ ਰਾਤਾਂ ਗੁਜ਼ਾਰੀਆਂ ਆ। ਅਸੀਂ ਉਹਨੂੰ ਮੁੜ ਕੇ ਸੱਤਾ 'ਤੇ ਲਿਆਈਏ, ਇਸ ਲਈ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਜੋ ਅਸੀਂ ਸਾਲ 'ਚ ਕਮਾਇਆ ਉਹ ਸਾਰੇ ਦਾ ਇਹ ਨਾਸ ਹੋ ਜਾਏਗਾ। ਇਸ ਲਈ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਆ ਵੀ ਉਹ ਦਿੱਲੀ ਦੇ ਕਿਸਾਨ ਅੰਦੋਲਨ ਦੀ ਵਿਚਾਰਧਾਰਾ ਦੀ ਸੇਧ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਸਾਥ ਦੇਣ। ਜਿਹੜਾ ਵੀ ਦਿੰਦਾ, ਮੈਂ ਕੱਲ ਨੂੰ ਇੱਥੇ ਬਹੁਤ ਵੱਡੀ ਕਨਵੈਨਸ਼ਨ ਹੋ ਰਹੀ ਆ, ਜਿਹੜਾ ਅਸੀਂ ਸਾਂਝਾ ਸਮਾਜ ਬਣਾਇਆ, ਸੰਯੁਕਤ ਸਮਾਜ ਮੋਰਚਾ ਬਣਾਇਆ, ਉਹਦੇ ਵਪਾਰੀ, ਕੁਝ ਨੌਜਵਾਨ, ਕੋਈ ਬੁੱਧੀਜੀਵੀ ਕੱਲ ਨੂੰ ਆ ਰਹੇ ਆ, ਦੇਸ਼ ਭਗਤ ਹਾਲ, ਉਹ 'ਚ ਅਸੀਂ ਨਵੀਂ ਦਿਸ਼ਾ ਚਾਉਣਾ ਕਰਾਂਗੇ। ਲਾਜ਼ਮੀ ਲੋਕਾਂ ਦੇ ਸਾਹਮਣੇ ਇੱਕ ਨਵੀਂ ਰਾਜਨੀਤੀ ਪੰਜਾਬ ਨੂੰ ਕਿੱਧਰ ਲੈ ਕੇ ਜਾਣਾ ਆ ਰੱਖੀ ਜਾਏਗੀ। ਨਾ ਅਰਵਿੰਦ ਕੇਜਰੀਵਾਲ ਕੋਲ, ਨਾ ਕਾਂਗਰਸ ਅਕਾਲੀਆਂ ਕੋਲ, ਤੇ ਨਾ ਹੀ ਭਾਜਪਾ ਕੋਲ ਪੰਜਾਬ ਦਾ ਕੋਈ ਭਵਿੱਖ ਨਹੀਂ ਹੈ। ਅਸੀਂ ਜਿੱਥੇ ਬੈਠੇ ਹਾਂ ਉਦੋਂ ਵੀ ਥੱਲੇ ਜਾਵਾਂਗੇ ਜੇ ਅਸੀਂ ਇਹਨਾਂ ਲੋਕਾਂ ਨੂੰ ਗੱਦੀ ਤੇ ਲਿਆਉਂਦੇ ਹਾਂ। ਮਤਲਬ ਕਹਿਣ ਦਾ ਵੀ ਸੰਯੁਕਤ ਸਮਾਜ ਮੋਰਚਾ ਕੱਲ੍ਹ ਨੂੰ ਪੰਜਾਬ ਦੀ ਇਲੈਕਸ਼ਨ ਨੂੰ ਲੈ ਕੇ ਆਪਣੀ ਦਿਸ਼ਾ ਦੇ ਸਕਦਾ ਵੀ ਸਾਡਾ ਰੋਡ ਮੈਪ ਆਉਣ ਵਾਲੇ ਸਮੇਂ 'ਚ ਆ ਹੋਊਗਾ। ਤੁਹਾਨੂੰ ਜਿੱਦਾਂ ਲੋਕਾਂ ਦਾ ਟੱਚ ਬਣਦਾ ਆ, ਲੋਕਾਂ ਦਾ ਉਤਸ਼ਾਹ ਦੇਖਿਆ ਆ, ਜਿਵੇਂ ਸ਼ੰਭੂ ਬਾਰਡਰ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਸਵਾਗਤ ਕੀਤਾ, ਕੀ ਤੁਹਾਨੂੰ ਲੱਗਦਾ ਆ ਕਿ ਇਕੱਲੇ ਰਹਿ ਕੇ ਜਿਹੜੀ ਟੀਚੇ ਨੂੰ ਮਤਲਬ ਪ੍ਰਾਪਤ ਕਰਨ ਲਈ ਇਸ ਵੇਲੇ ਜਥੇਬੰਦੀਆਂ ਲੜ ਰਹੀਆਂ, ਕੀ ਲੋਕ ਜਿਹੜੇ ਆ ਸੰਯੁਕਤ ਸਮਾਜ ਮੋਰਚੇ ਨੂੰ ਉੱਦਾਂ ਹੀ ਸਾਥ ਦੇ ਦੇਣਗੇ? ਜਿਹੜੀ ਜਿੱਤ ਆ, ਜਿਹੜੀ ਸੱਤਾ ਦੀ ਜਿਹੜੀ ਕੁਰਸੀ ਆ ਜਿਹੜੀ ਆ, ਉਹ ਕਿਸਾਨਾਂ ਦੇ ਹੱਥ ਲੱਗ ਜੂਗੀ? ਦਿੱਲੀ ਦੇ ਕਿਸਾਨ ਉਹ ਤੇ ਇੱਕ ਹੋਰ ਬਹੁਤ ਵੱਡੀ ਗੱਲ ਸੀ ਜੀ, ਆਗੂਆਂ ਨਾਲੋਂ ਲੋਕ ਅੱਗੇ ਸਨ। ਦਿੱਲੀ ਦਾ ਮੋਰਚਾ ਇੰਨਾ ਚੱਲਦਾ ਹੀ ਨਾ ਜੇ ਲੋਕਾਂ ਦੀ ਚੇਤਨਾ ਅੱਗੇ ਨਾ ਹੁੰਦੀ ਜੀ। ਪੰਜਾਬ ਦੇ ਵਿੱਚ ਵੀ ਜੇ ਕੁਝ ਆਗੂ ਲੋਕਾਂ ਨੂੰ, ਅਕਾਲੀਆਂ ਨੂੰ ਜਾਂ ਕਾਂਗਰਸ ਨੂੰ ਜਾਂ ਆਮ ਆਦਮੀ ਨੂੰ ਵੋਟ ਪਾਉਣ ਨੂੰ ਕਹਿਣਗੇ ਤੇ ਲੋਕ ਉਹਦੇ ਪਿੱਛੇ ਲੱਗਣਗੇ। ਕਿਉਂਕਿ ਮੈਂ ਸਮਝਦਾ ਜਿਹੜੇ ਲੋਕਾਂ ਨੇ ਵਿੱਦਿਆ ਹਾਸਲ ਕਰ ਲਈ ਦਿੱਲੀ 'ਚ, ਉਹ ਵਿੱਦਿਆ ਤੋਂ ਕੋਰੇ ਨਹੀਂ ਹੋਣ ਲੱਗੇ। ਮੇਰਾ ਆਸ ਹੈ ਭਾਵੇਂ ਆਗੂ ਚਲੇ ਜਾਣਗੇ। ਦਿੱਲੀ 'ਚ ਵੀ ਇਹ ਮਸਲਾ ਸੀ, ਸ਼ਾਇਦ ਇਹ ਅੰਦੋਲਨ ਲੰਮਾ ਸਮਾਂ ਨਾ ਚੱਲਦਾ, ਆਹ ਤਾਂ ਵਿਚਾਰ ਟੁੱਟ ਜਾਂਦਾ ਜੇ ਲੋਕਾਂ ਦਾ ਡਰ ਨਾ ਹੁੰਦਾ।
ਲੋਕਾਂ ਦੇ ਡਰ ਕਾਰਨ ਆਗੂ ਇਕੱਠੇ ਵੀ ਰਹੇ। ਜੇ ਕਿਸੇ ਕਮਜ਼ੋਰੀ ਆਉਂਦੀ ਸੀ ਤਾਂ ਲੋਕਾਂ ਤੋਂ ਭੈ ਖਾ ਕੇ ਉਹ ਫਿਰ ਇਕੱਠੇ ਹੋ ਜਾਂਦੇ ਸੀ। ਅੱਜ ਵੀ ਪੰਜਾਬ ਵਿੱਚ ਜੇ ਕੁਝ ਆਗੂਆਂ ਨੇ ਇਹ ਸਮਝਿਆ ਵੀ ਅਸੀਂ ਜਾ ਕੇ ਲੋਕਾਂ ਦੀ ਏਕਤਾ ਨੂੰ ਜਿਹੜੇ ਇੰਨਾ ਸਾਨੂੰ ਸਪੋਰਟ ਮਿਲੀ ਆ, ਅਸੀਂ ਆਮ ਆਦਮੀ ਕੋ ਗਹਿਣੇ ਕਰ ਦੇਣਾ, ਕਾਂਗਰਸ ਨੂੰ ਗਹਿਣੇ ਕਰ ਦੇਣਾ, ਉਹ ਭੁਲੇਖੇ 'ਚ ਆ। ਲੋਕੀ ਗਹਿਣੇ ਨਹੀਂ ਹੋਣਗੇ। ਜਿਹੜੀ ਲੋਕਾਂ ਦੇ ਚੇਤਨਾ ਹਾਂ ਉਹ 'ਚ ਮੁਸ਼ਕਲਾਂ ਆਉਣਗੀਆਂ ਲਾਜ਼ਮੀ। ਉਹ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਘਾਟਾ ਨਹੀਂ ਪਏਗਾ। 100 ਸਾਲ ਦੀਆਂ ਇਤਿਹਾਸ ਵਾਲੀਆਂ ਪਾਰਟੀਆਂ ਨਾਲ ਲੜਨਾ ਆ, ਲੇਕਿਨ ਉਹ ਚੇਤਨਾ ਪੰਜਾਬ ਦੀ ਫਿਜ਼ਾ 'ਚ ਫਿਰ ਰਹੀ ਆ। ਉਹ ਚੇਤਨਾ ਬਾਬੇ ਨਾਨਕ ਦੇ ਫਲਸਫੇ ਦੀ ਆ, ਉਹ ਚੇਤਨਾ ਭਗਤ ਸਿੰਘ ਦੀ ਕੁਰਬਾਨੀ ਦੀ ਆ, ਉਹ ਚੇਤਨਾ ਬੰਦੇ ਬਹਾਦਰ ਦੀ ਆ, ਉਹ ਚੇਤਨਾ ਗਦਰ ਪਾਰਟੀ ਦੀ ਆ, ਔਰ ਉਹ ਚੇਤਨਾ 770 ਕਿਸਾਨਾਂ ਦੀ ਸ਼ਹਾਦਤ ਦੀ ਆ। ਇਹ ਚੇਤਨਾ ਜੇ ਪੰਜਾਬ ਦੇ ਵਿੱਚੋਂ ਵਿਸਰ ਗਏ ਲੋਕਾਂ ਨੂੰ, ਇਹ ਪੰਜਾਬ ਨਾਲ ਬਹੁਤ ਅਨਿਆਂ ਹੋਏਗਾ ਵੱਡਾ ਜੀ। ਮੈਂ ਲੋਕਾਂ ਨੂੰ ਵੀ ਬੇਨਤੀ ਕਰਨੀ ਆ ਵੀ ਉਸ ਚੇਤਨਾ ਨੂੰ ਅੱਗੇ ਵਧਾਉਣ ਵਾਸਤੇ ਕੰਮ ਕਰਨ। ਮਸਲਾ ਇਹ ਨਹੀਂ ਹੈ ਵੀ ਪੰਜਾਬ ਦੀ ਸੱਤਾ ਤੇ ਆਗੇ ਸਾਰਾ ਦੇਸ਼ ਨੂੰ ਸਵਰਗ ਬਣ ਜਾਣਾ। ਸਾਡੀ ਲੜਾਈ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ, ਰਸਤਾ ਮਿਲੇਗਾ। ਜਿੱਦਾਂ ਦਿੱਲੀ ਦੇ ਕਾਨੂੰਨਾਂ ਨੂੰ ਵਾਪਸੀ ਤੋਂ ਬਾਅਦ ਕਿਤੇ ਕਿਸਾਨ ਖੁਸ਼ਹਾਲ ਹੋ ਗਿਆ ਸਾਰਾ ਦੇਸ਼ ਦਾ, ਕੋਈ ਲੋਕਾਂ ਦੀ ਆਮਦਨ ਵਧ ਗਈ ਨਾ, ਉਹ ਤਾਂ ਕਾਨੂੰਨ ਵਾਪਸ ਹੋਏ ਆ, ਬਾਕੀ ਨੀਤੀਆਂ ਤਾਂ ਉਦਾਂ ਹੀ ਆ। ਇਸ ਲਈ ਮੈਂ ਸਮਝਦਾ ਕਿ ਉਸ ਚੇਤਨਾ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ ਚਾਹੀਦਾ। ਸੱਤਾ ਲਈ ਦੋ ਬੰਦੇ ਐਮਐਲਏ ਜਿੱਤਦੇ ਕਿ ਨਹੀਂ ਜਿੱਤਦੇ, ਚੰਗਾ ਜਿੱਤ ਜਾਣ, ਲੇਕਿਨ ਮੁੱਖ ਲੜਾਈ ਦਾ ਇਹ ਆ ਵੀ ਸੱਤਾ ਨੂੰ ਚੈਲੰਜ ਕਰਨ ਵਾਲੀ ਧਿਰ ਤਗੜੀ ਹੋ ਕੇ ਨਿਕਲੇ ਪਹਿਲਾਂ ਨਾਲੋਂ। ਜੀ ਪਾਸਲਾ ਜੀ, ਅੰਤਮ ਸਵਾਲ। ਕੁਝ ਲੋਕ ਇਹ ਕਹਿ ਰਹੇ ਨੇ ਕਿ 700 ਕਿਸਾਨਾਂ ਦੀਆਂ ਸ਼ਹੀਦੀਆਂ ਦੇ ਉੱਤੇ, ਉਹਨਾਂ ਦੀਆਂ ਮੌਤਾਂ ਦੇ ਉੱਤੇ ਕੁਰਸੀ ਢਾਹ ਕੇ ਇਸ ਵਕਤ 22 ਜਥੇਬੰਦੀਆਂ ਜਿਹੜੀਆਂ ਉਹ ਸੱਤਾ ਦਾ ਭੁੱਖ ਆਪਣੀ ਜਿਹੜੀ ਪੂਰੀ ਕਰਨਾ ਚਾਹੁੰਦੀਆਂ, ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਆ? ਮੈਂ ਹੋਰ ਕਹਿੰਦਾ ਬਈ ਉਹ ਤਾਂ ਸ਼ਹਾਦਤ ਕਰਾਉਣ ਵਾਲਿਆਂ ਦੇ ਭਰਾ ਤੇ ਮਾਂ-ਬਾਪ ਆ, ਵੀਰ ਆ ਛੋਟੇ, ਉਹਨਾਂ ਦੇ ਇਕੱਠੇ ਦਾ ਉੱਥੇ ਵਿੱਚੋਂ ਤਾਂ ਸ਼ਹੀਦ ਹੋਏ ਆ। ਉਹ ਉਹਨਾਂ ਦਾ ਮੁੱਲ ਅਸੀਂ ਕੱਲ੍ਹ ਹੀ ਪਾਉਣਾ। ਉਹਨਾਂ ਦਾ ਮੁੱਲ ਤਾਂ ਉਹ ਪਾ ਰਹੇ ਆ ਵੀ ਸ਼ਹਾਦਤ ਉਹਨਾਂ ਦੀ ਆ, ਲੇਕਿਨ ਮੁੱਲ ਉਹ ਪਵਾ ਰਹੇ ਆ ਜਿਹੜੇ ਉਹਨਾਂ ਰਾਜਪੂਤ ਘਰਾਣੇ ਦੇ ਹਮੈਤੀ ਆ। ਬਲਕਿ ਮੈਂ ਤਾਂ ਉਲਟ ਕਹੂੰਗਾ ਵੀ ਜਿਹੜੇ ਪੰਜਾਬ ਵਿੱਚ ਦਿੱਲੀ ਦੇ ਮੋਰਚੇ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਉਹ ਸ਼ਹੀਦਾਂ ਦੇ ਅਸਲੀ ਵਾਰਸ ਆ। ਸ਼ਹੀਦਾਂ ਦੇ ਵਾਰਸ ਉਹ ਨਹੀਂ ਬਣ ਸਕਦੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਮਿੱਤਰ ਆ। ਮੈਂ ਨਿਮਰਤਾ ਨਾਲ ਬੇਨਤੀ ਕਰਨੀ ਚਾਹੁੰਦਾ, ਕਾਰਪੋਰੇਟ ਉਹਨਾਂ ਦੇ ਸ਼ਹੀਦਾਂ ਦੇ ਵਾਰਸ ਕੌਣ ਆ? ਇਹਦੀ ਲਾਈਨ ਕੀ ਹੈ? ਖਿੱਚਵੀਂ ਲਾਈਨ ਇਹ ਆ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਆ, ਜਿਹੜੇ ਇਸ ਦੇਸ਼ ਦੀ ਸੱਤਾ ਲਟੇਰਿਆਂ ਦੇ ਕਬਜ਼ਾ ਰੱਖਣ ਦੇ ਹੱਕ 'ਚ ਆ, ਉਹ ਉਹਨਾਂ ਸ਼ਹੀਦਾਂ ਦੇ ਕਾਤਲ ਆ, ਉਹ ਸ਼ਹੀਦਾਂ ਦੇ ਕਾਤਲਾਂ ਦੇ ਮਿੱਤਰ ਆ। ਜਿਹੜੇ ਲੋਕ ਉਸ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ, ਸ਼ਹੀਦਾਂ ਦੀ ਨੂੰ, ਇਸ ਲੜਾਈ ਨੂੰ, ਕਿਸਾਨਾਂ ਦੀ ਨੂੰ ਜਿੱਤ ਨੂੰ ਹੋਰ ਅੱਗੇ ਜਿੱਤ ਵਧਾਉਣਾ ਚਾਹੁੰਦੇ, ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਾਈ ਨੂੰ ਤੇਜ਼ ਕਰਨਾ ਚਾਹੁੰਦੇ ਆ, ਸ਼ਹੀਦਾਂ ਦੀ ਅਸਲੀ ਵਿਰਾਸਤ ਉਹਨਾਂ ਕੋਲ ਆ। ਇਸ ਲਈ ਮੈਂ ਇਹ ਵਿਰਾਸਤ ਕਹਿਣ ਨਾਲ ਨਹੀਂ ਬਣਨੀ ਮੇਰੀ, ਲੇਕਿਨ ਜਿਹੜੇ ਲੋਕ ਇਹ ਕਹਿੰਦੇ ਆ ਵੀ ਇਹ ਲੋਕ ਚੋਣਾਂ ਤਾਂ ਲੜਦੇ ਆ, ਇਹ ਚੋਣਾਂ ਕਿ ਇਸ ਲਈ ਨਹੀਂ ਲੜ ਰਿਹਾ ਵੀ ਕਾਰਪੋਰੇਟ ਘਰਾਣੇ ਦੀ ਮਦਦ ਕਰਨੀ ਆ। ਇਹ ਚੋਣਾਂ ਜਥੇਬੰਦੀਆਂ ਤਾਂ ਲੜ ਰਹੀਆਂ, ਕਾਰਪੋਰੇਟ ਘਰਾਣੇ ਦੇ ਲੜਾਈ ਨੂੰ ਪਹਿਲਾਂ ਨਾਲੋਂ ਤੇਜ਼ ਕਰਨਾ ਆ। ਮੈਂ ਸਮਝਦਾ ਸ਼ਹੀਦਾਂ ਦੀ ਵਿਰਾਸਤ ਨਾ ਖੋਲਿਆ। ਜੀ ਪਾਸਲਾ ਜੀ, ਨਵੇਂ ਸਾਲ ਦੇ ਪਹਿਲੇ ਦਿਨ ਸਾਡੇ ਨਾਲ ਜੁੜੇ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਹੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸ਼੍ਰੀ ਮੰਗਤ ਰਾਮ ਜੀ ਪਾਸਲਾ। ਉਹਨਾਂ ਨੇ ਵਿਵਾਕੀ ਨਾਲ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਰੱਖਣਾ ਆ ਕਾਇਮ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀਕਾਰੀ ਸੋਚ ਨੂੰ ਕਾਇਮ ਰੱਖਣਾ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅੰਦੋਲਨਾਂ ਰਾਹੀਂ ਲੜਾਈ ਜਿੱਤਣੀ ਆ, ਤੇ ਉੱਥੇ ਹੀ ਸੱਤਾ ਦੀ ਜਿਹੜੀ ਨਿਜ਼ਾਮ ਆ ਉਹਦੇ ਵਿੱਚ ਵੀ ਜਾ ਕੇ ਕਿਸਾਨ ਜਥੇਬੰਦੀਆਂ ਜੇਕਰ ਆਪਣੀ ਪਹਿਰੇਦਾਰੀ ਕਰਦੀਆਂ ਨੇ, ਆਪਣੇ ਕਾਨੂੰਨ ਆਪ ਬਣਾਉਂਦੀਆਂ ਨੇ, ਆਪਣੇ ਹੱਕਾਂ ਲਈ ਆਪ ਆਪਣੀ ਕਲਮ ਚਲਾਉਂਦੀਆਂ ਨੇ, ਤੇ ਇਹ ਕੋਈ ਮਾੜਾ ਨਹੀਂ ਹੈਗਾ। ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੀਆਂ ਜਥੇਬੰਦੀਆਂ ਨਹੀਂ ਵੀ ਇਸ ਵਕਤ ਇਸ ਧਿਰ ਦੇ ਨਾਲ ਖੜੀਆਂ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਆ। ਤੇ ਹਮਾਇਤ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਿੱਲੀ ਦਾ ਅੰਦੋਲਨ ਜਿੱਤਿਆ ਗਿਆ, ਉਹਨਾਂ ਨੂੰ ਆਸ ਆ ਕਿ ਪੰਜਾਬ ਦੀ ਲੜਾਈ 2022 ਦੀ ਵੀ ਕਿਸਾਨ ਜਥੇਬੰਦੀਆਂ ਜਿੱਤ ਸਕਦੀਆਂ ਨੇ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ ਜਾਰੀ ਰਹੇਗੀ।